ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਜੀਵਨ ਦੀ ਕੋਈ ਹੋਰ ਪ੍ਰਕਿਰਿਆ ਰੁਕ ਸਕਦੀ ਹੈ ਪਰ ਸਾਹ ਲੈਣਾ ਨਹੀਂ ਰੋਕਿਆ ਜਾ ਸਕਦਾ। ਉੱਪਰਲਾ ਸਾਹ ਉੱਪਰ ਤੇ ਹੇਠਲਾ ਹੇਠਾਂ ਰਹਿ ਜਾਵੇ, ਸਾਹ ਨਾ ਆਵੇ ਤਾਂ ਆਕਸੀਜਨ ਲੱਗ ਜਾਂਦੀ ਹੈ ਇਨਸਾਨ ਨੂੰ। ਗੰਭੀਰ ਕਰੋਨਾ ਪੀੜਤਾਂ ਨੂੰ ਕਈ ਵਾਰੀ ਆਕਸੀਜਨ ਲਾਉਣੀ ਪੈ ਸਕਦੀ ਹੈ, ਪਰ ਇੱਕ ਜ਼ਰੂਰੀ ਸ਼ਰਤ ਇਹ ਹੈ ਕਿ ਹਸਪਤਾਲ ਵਿੱਚ ਆਕਸੀਜਨ ਹੋਣੀ ਚਾਹੀਦੀ ਹੈ। ਅੱਜ ਜਿਹੜੇ ਦ੍ਰਿਸ਼ ਤੁਸੀਂ ਆਪਣੇ ਟੀਵੀ ਉੱਤੇ ਵੇਖ ਰਹੇ ਹੋ, ਸਾਡੇ ਤੁਹਾਡੇ ਵਿੱਚੋਂ ਕੁਝ ਆਪ ਭੁਗਤ ਰਹੇ ਹਨ, ਉਹਨਾਂ ਬਾਰੇ ਤੇ ਜਾਣ ਕੇ ਹੀ ਸਾਹ ਸੁੱਕਿਆ ਪਿਆ। ਸਾਰਾ ਦੇਸ਼ ਆਕਸੀਜਨ ਕਰ ਰਿਹਾ। ਹਸਪਤਾਲਾਂ ਨਾਲ ਲੜ ਰਹੇ ਹਨ, ਸੂਬਿਆਂ ਨਾਲ ਲੜ ਰਹੇ ਹਨ, ਮਰੀਜ਼ ਭਟਕ ਰਹੇ ਹਨ। ਸਰਕਾਰ ਅਦਾਲਤਾਂ ਤੋਂ ਝਿੜਕਾਂ ਖਾ ਰਹੀ ਹੈ ਪਰ ਕਹਿ ਰਹੀ ਹੈ ਆਕਸੀਜਨ ਦਾ ਪ੍ਰਬੰਧ ਕਰ ਰਹੀ ਹੈ। ਹਰ ਜ਼ਰੂਰਤਮੰਦ ਨੂੰ ਆਕਸੀਜਨ ਜ਼ਰੂਰ ਮਿਲਣੀ ਚਾਹੀਦੀ ਹੈ, ਪਰ ਕੀ ਇਸ ਸਾਰੇ ਦਰਦਨਾਕ ਮੰਜ਼ਰ ਦੀ ਜੜ ਸਿਰਫ ਆਕਸੀਜਨ ਦੀ ਕਮੀ ਹੈ? ਆਕਸੀਜਨ ਦੇ ਚੰਗੇ ਪ੍ਰਬੰਧ ਨਾਲ ਸਭ ਠੀਕ ਹੋ ਜਾਵੇਗਾ? ਅਸਲ ਵਿੱਚ ਬਹੁਤ ਕੁਝ ਹੋਰ ਖਰਾਬ ਹੈ। ਇਸੇ ਲਈ ਅੱਜ ਇਹ ਦਿਨ ਦੇਖਣੇ ਪੈ ਰਹੇ ਹਨ। ਆਕਸੀਜਨ ਦੀ ਵੀ ਗੱਲ ਕਰਾਂਗੇ, ਪਰ ਬਾਕੀ ਵੀ ਤਾਂ ਗੱਲ ਕਰਨ ਵਾਲੀ ਹੈ। ਹੁਣ ਤਾਂ ਸਾਹ ਰੁਕਿਆ ਪਿਆ, ਜੇ ਹੁਣ ਨਹੀਂ ਕਰਾਂਗੇ ਤਾਂ ਕਦੋਂ ਕਰਾਂਗੇ? ਇਸ ਲਈ ਇਸ ਗੱਲਬਾਤ ਲਈ ਅੱਜ ਸਾਡੇ ਨਾਲ ਨੇ PGI ਤੋਂ ਪ੍ਰੋਫੈਸਰ ਮਨਮੀਤ ਕੌਰ ਜੀ। ਪ੍ਰੋਫੈਸਰ ਮਨਮੀਤ ਕੌਰ ਜੀ ਡਿਪਾਰਟਮੈਂਟ ਆਫ ਕਮਿਊਨਿਟੀ ਹੈਲਥ ਦੇ ਨਾਲ ਵਾਬਸਤਾ ਨੇ, ਸਕੂਲ ਆਫ ਪਬਲਿਕ ਹੈਲਥ ਦੇ ਨਾਲ ਜੁੜੇ ਹੋਏ ਨੇ। ਸੋ ਨਾਗਰਿਕਾਂ ਦੀ ਸਿਹਤ ਬਾਰੇ ਚਿੰਤਾ ਕਰਨ ਦੀ ਜਿਸ ਡਿਪਾਰਟਮੈਂਟ ਦੇ ਉੱਤੇ ਜ਼ਿੰਮੇਵਾਰੀ ਹੈ, ਇਹ PGI ਦੇ ਵਿੱਚ ਉਸ ਡਿਪਾਰਟਮੈਂਟ ਦੇ ਨਾਲ ਵਾਬਸਤਾ ਨੇ। ਤੁਹਾਨੂੰ ਪਤਾ ਲੱਗ ਗਿਆ ਹੁਣ ਤੁਹਾਨੂੰ ਕੌਣ ਚਾਹੀਦਾ ਸੀ ਜਿਸ ਵੇਲੇ ਕੋਵਿਡ ਦਾ ਰੌਲਾ ਪੈ ਰਿਹਾ ਸੀ? ਸ਼ੀ ਵਾਜ਼ ਦਾ ਪਰਸਨ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਡਾਕਟਰ ਪਿਆਰੇ ਲਾਲ ਗਰਗ ਜੀ ਪੰਜਾਬ ਦੀ ਇੱਕੋ ਇੱਕ ਹੈਲਥ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ ਨੇ। ਤੁਹਾਡੇ ਜਿੰਨੇ ਵੀ ਮੈਡੀਕਲ ਕਾਲਜਸ ਨੇ ਪੰਜਾਬ ਦੇ, ਇਹ ਇਸੇ ਹੈਲਥ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਹੁੰਦੇ ਨੇ, ਜਿੱਥੇ ਇਹ ਰਜਿਸਟਰਾਰ ਰਹੇ ਨੇ, ਡਾਕਟਰ ਵੀ ਨੇ ਤੇ ਐਕਟਿਵਿਸਟ ਵੀ ਨੇ। ਸੋ ਕੋਵਿਡ ਦੇ ਦੌਰਾਨ ਕੌਣ ਸਰਕਾਰ ਨਾਲ ਦਸਤਪੰਜਾ ਲੈ ਸਕਦਾ ਤੇ ਕਿਸ ਨੂੰ ਪਤਾ ਹੈ, ਵਿਸ਼ੇ ਦੀ ਮਹਾਰਤ ਹੈ, ਉਹ ਵਿਅਕਤੀ ਸਾਡੇ ਨਾਲ ਨੇ। ਪ੍ਰੋਫੈਸਰ ਮਨਮੀਤ ਕੌਰ ਜੀ, ਜਿਸ ਵੇਲੇ ਆਕਸੀਜਨ ਦੀ ਕਮੀ ਹੈ ਤੇ ਚਾਰੇ ਪਾਸੇ ਹੈਡਲਾਈਨਸ ਨੇ, ਤੇ ਕੌਣ ਚਾਹੇਗਾ ਕਿ ਮੈਂ ਆਕਸੀਜਨ ਦੀ ਗੱਲ ਛੱਡ ਕੇ ਤੇ ਬਾਕੀ ਦੀਆਂ ਗੱਲਾਂ ਕਰਾਂ ਕਿ ਜੀ ਸਿਹਤ ਢਾਂਚਾ ਬੜਾ ਟੁੱਟਾ ਫੁੱਟਾ ਹੈ, ਡਾਕਟਰਾਂ ਦੀ ਗਿਣਤੀ ਦੇਖੋ ਜੀ ਕਿੰਨੀ ਹੈ, ਨਰਸਾਂ ਦੀ ਟ੍ਰੇਨਿੰਗ ਕਿਹੋ ਜਿਹੀ ਹੈ, ਸਾਡੇ ਸਟਰਲਾਈਜੇਸ਼ਨ ਪ੍ਰੈਕਟਿਸਿਸ ਕਿੱਦਾਂ ਦੀਆਂ ਨੇ, ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ। ਵਨ, ਸ਼ੁਡ ਆਈ ਬੀ ਟਾਕਿੰਗ ਅਬਾਊਟ ਇਟ? ਤੇ ਟੂ, ਇਹ ਕਿਉਂ ਆਕਸੀਜਨ ਦਾ ਇਹ ਹਾਲ ਕਿਉਂ ਹੈ? ਕਿਸ ਨੂੰ ਨਹੀਂ ਪਤਾ ਸੀ ਕਿ ਕੋਵਿਡ ਆਏਗਾ? ਜਦੋਂ ਅਮਰੀਕਾ 'ਚ ਉੱਥੇ ਆ ਗਏ ਸਾਨੂੰ ਪਤਾ ਸੀ ਆਏਗਾ, ਤਾਂ ਹੀ ਅਸੀਂ ਫਲਾਈਟਾਂ ਰੋਕ ਰਹੇ ਸੀ। ਜੇ ਕੋਵਿਡ ਆਏਗਾ ਤੇ ਉਹ ਮੇਰੇ ਫੇਫੜਿਆਂ ਤੱਕ ਜਾਏਗਾ, ਤੇ ਜੇ ਜਾਏਗਾ ਤਾਂ ਮੈਨੂੰ ਆਕਸੀਜਨ ਦੀ ਲੋੜ ਪਏਗੀ। ਵਿਚ ਪਾਰਟ ਆਫ ਇਟ ਵਾਜ਼ ਸੋ ਡਿਫਿਕਲਟ? ਸਭ ਤੋਂ ਪਹਿਲਾ ਤੁਹਾਡਾ ਸਵਾਲ ਇਹ ਹੈ ਕਿ ਕੀ ਅਸੀਂ ਹੋਰ ਚੀਜ਼ਾਂ ਬਾਰੇ ਗੱਲ ਕਰ ਸਕਦੇ ਹਾਂ ਆਕਸੀਜਨ ਨੂੰ ਛੱਡ ਕੇ? ਤਾਂ ਮੇਰਾ ਜਵਾਬ ਇਹ ਹੋਏਗਾ, ਹਾਂ ਬਿਲਕੁਲ ਕਰ ਸਕਦੇ ਹਾਂ, ਕਿਉਂਕਿ ਹਰ ਚੀਜ਼ ਦੂਸਰੀ ਚੀਜ਼ ਨਾਲ ਜੁੜੀ ਹੋਈ ਹੈ। ਅਸੀਂ ਸਿਹਤ ਨੂੰ ਹਮੇਸ਼ਾ ਇੱਕ ਤਰਫਾ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਹਮੇਸ਼ਾ ਇੱਕ ਚੀਜ਼ ਨੂੰ ਲੈ ਕੇ, ਜਿੱਦਾਂ ਸਾਡੀਆਂ ਸਪੈਸ਼ਲਾਈਜੇਸ਼ਨਸ ਆਉਂਦੀਆਂ ਗਈਆਂ, ਅਸੀਂ ਇੱਕ ਚੀਜ਼ ਨੂੰ ਪਕੜਦੇ ਗਏ ਔਰ ਉਹਦੇ ਤੇ ਕੰਮ ਕਰਦੇ ਗਏ। ਮਤਲਬ ਅੱਜ ਦੇ ਦਿਨ 'ਚ ਵੀ ਸਾਨੂੰ ਮਤਲਬ ਸਪੈਸ਼ਲਾਈਜ਼ਡ ਚਾਹੀਦੇ ਆ ਬੰਦੇ ਸਿਰਫ ਜੀ। ਪਰ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਸਾਨੂੰ ਮਤਲਬ ਇੰਟੀਗ੍ਰੇਸ਼ਨ ਦੀ ਵੀ ਲੋੜ ਹੈ ਕਿ ਜਿੱਥੇ ਅਸੀਂ ਕਹੀਏ ਕਿ ਹਾਂ ਇਹ ਸਰਵਿਸਿਜ਼ ਜਿਹੜੀਆਂ ਇਹਨਾਂ ਨੂੰ ਇਕੱਠੇ ਕਰਕੇ ਹੀ ਚਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਹਾਂ ਇੱਕ ਬੰਦਾ, ਸਾਡੇ ਕੋਲ ਆਕਸੀਜਨ ਤਾਂ ਆ ਗਈ, ਮੈਂ ਹੁਣ ਐਗਜ਼ਾਮਪਲ ਦਿੰਦੀ ਹਾਂ, ਆਕਸੀਜਨ ਤਾਂ ਸਾਡੇ ਕੋਲ ਆ ਗਈ ਹੈ ਨਾ, ਪਰ ਉਹ ਆਕਸੀਜਨ ਨੂੰ ਮੈਨੇਜ ਕਰਨ ਵਾਲਾ ਬੰਦਾ ਹੀ ਨਹੀਂ ਹੈ। ਉਹ ਵੀ ਇੱਕ ਸਟੋਰੀ ਚੱਲ ਰਹੀ ਹੈ, ਤੁਸੀਂ ਦੇਖਿਆ ਹੋਣਾ ਟੀਵੀ ਦੇ ਉੱਪਰ ਕਿ ਆਕਸੀਜਨ ਸਿਲੰਡਰ ਜਿਹੜੇ ਉਹ ਲੀਕ ਹੋ ਰਹੇ ਹੈ ਨਾ, ਲੋਕੀ ਉਹਦੇ ਨਾਲ ਵੀ ਮਰ ਰਹੇ ਹੈ। ਇਜ਼ ਇਟ ਪੋਸੀਬਲ ਕਿ ਮੇਰੇ ਕੋਲ ਬੁਰਾ ਹੈਲਥ ਇਨਫਰਾਸਟ੍ਰਕਚਰ ਹੋਵੇ, ਢਾਂਚਾ ਮੇਰਾ ਬੁਰਾ ਹੋਵੇ, ਉਹਦੇ 'ਚ ਆਕਸੀਜਨ ਮੇਰੇ ਕੋਲ ਹਮੇਸ਼ਾ ਠੀਕ ਰਵੇ ਤੇ ਠੀਕ ਮਾਤਰਾ 'ਚ ਰਵੇ ਤੇ ਮਰੀਜ਼ ਨੂੰ ਮਿਲ ਜਾਏ? ਇਜ਼ ਦੈਟ ਪੋਸੀਬਲ? ਇਹ ਸੰਭਵ ਹੈ? ਪਹਿਲੀ ਗੱਲ ਤਾਂ ਸੰਭਵ ਨਹੀਂ ਹੈ, ਪਰ ਉਹਦਾ ਫਾਇਦਾ ਵੀ ਕੀ ਹੈ? ਸਪੋਜ਼ਿੰਗ ਆਕਸੀਜਨ ਮਿਲ ਵੀ ਜਾਏ ਔਰ ਬਾਕੀ ਚੀਜ਼ਾਂ ਨਾ ਹੋਣ, ਬੈੱਡ ਨਹੀਂ ਹੈ, ਆਕਸੀਜਨ ਹੋਏ ਵੀ ਤੇ ਕੀ ਕਰ ਲੋਗੇ? ਬੈੱਡ ਨਹੀਂ ਹੈ, ਟ੍ਰੇਨਡ ਪਰਸਨ ਨਹੀਂ ਹੈ, ਮੇਰੇ ਕੋਲ ਫਲੋ ਮੀਟਰ ਨਹੀਂ ਹੈ, ਵੈਂਟੀਲੇਟਰ ਠੀਕ ਕੰਮ ਨਹੀਂ ਕਰ ਰਿਹਾ ਹੈ, ਆਕਸੀਜਨ ਦੇ ਪ੍ਰੋਡਕਸ਼ਨ ਪਲਾਂਟ ਠੀਕ ਟਾਈਮ ਦੇ ਉੱਤੇ ਨਹੀਂ ਲਗਾਏ ਗਏ ਨੇ। ਪਰ ਉਹ ਠੀਕ ਟਾਈਮ ਤੇ ਤਾਂ ਲੱਗਣੇ ਸੀ ਜੇ ਮੇਰਾ ਹੈਲਥ ਇਨਫਰਾਸਟ੍ਰਕਚਰ ਸਹੀ ਹੁੰਦਾ, ਹੈਲਥ ਪੋਲੀਟੀਕਲ ਸਬਜੈਕਟ ਹੁੰਦਾ, ਉਹਦੇ ਤੇ ਰੌਲਾ ਪੈਂਦਾ ਤੇ ਕੋਈ ਨਾ ਕੋਈ ਇਹਦੀ ਗੱਲ ਕਰਦਾ ਕਿ ਭਾਈ ਕਿੰਨੀ ਆਕਸੀਜਨ ਤੁਸੀਂ ਬਣਾਣੀ ਹੈ, ਕਿੰਨੀ ਆਣੀ ਹੈ। ਬਿਲਕੁਲ, ਇਹ ਤਾਂ ਬਹੁਤ ਦੇਰ ਤੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਾਨੂੰ ਓਵਰਆਲ ਪਬਲਿਕ ਹੈਲਥ ਸਿਸਟਮ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ। ਔਰ ਪਬਲਿਕ ਹੈਲਥ ਸਿਸਟਮ ਦੇ ਵਿੱਚ ਅਸੀਂ ਹਮੇਸ਼ਾ, ਹਾਲੇ ਵੀ ਮੈਂ ਇਹ ਕਹਾਂਗੀ ਕਿ ਅਸੀਂ ਹਮੇਸ਼ਾ ਜ਼ਿਆਦਾਤਰ ਗੱਲ ਜਿਹੜੀ ਕਰਦੇ ਹਾਂ ਉਹ ਇਨਫਰਾਸਟ੍ਰਕਚਰ, ਹਿਊਮਨ ਰਿਸੋਰਸ ਦੀ ਕਰਦੇ ਹਾਂ। ਓਕੇ, ਠੀਕ ਹੈ। ਅਸੀਂ ਕਮਿਊਨੀਕੇਸ਼ਨ ਦੀ ਗੱਲ ਕਦੀ ਨਹੀਂ ਕਰਦੇ ਅੱਜ ਦੇ ਦਿਨ 'ਚ, ਮਤਲਬ ਕਿਉਂਕਿ ਤੁਸੀਂ ਸ਼ੁਰੂਆਤ ਉੱਥੋਂ ਕੀਤੀ ਹੈ
ਜ਼ਿਆਦਾਤਰ ਆਕਸੀਜਨ ਤੋਂ ਜੀ ਤੇ ਪਰ ਮੈਨੂੰ ਐਦਾਂ ਲੱਗਦਾ ਹੈ ਕਿ ਹਰ ਜਗ੍ਹਾ ਦੇ ਉੱਪਰ ਜਦ ਤੱਕ ਅਸੀਂ ਕਮਿਊਨੀਕੇਟ ਨਹੀਂ ਕਰਦੇ ਆਪਣੀ ਪਬਲਿਕ ਦੇ ਨਾਲ, ਹੈ ਨਾ, ਕਿਉਂਕਿ ਮੈਂ ਤੇ ਪਬਲਿਕ ਹੈਲਥ ਤੋਂ ਹਾਂ ਵੀ ਹੈਲਥ ਪ੍ਰੋਮੋਸ਼ਨ ਦੀ, ਸੋ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਸਾਡਾ ਆਪਣੀ ਕਮਿਊਨਿਟੀ ਦੇ ਨਾਲ ਡਾਇਲੌਗ ਹੈ ਕਿੱਥੇ ਔਰ ਕੀ ਡਾਇਲੌਗ ਹੈ ਕਿ ਅਸੀਂ ਉਹਨਾਂ ਨੂੰ ਕਦੀ ਦੱਸਦੇ ਆ ਕਿ ਹਾਂ ਤੁਹਾਨੂੰ ਕਦੀ ਸਿਹਤ ਬਾਰੇ, ਬਿਮਾਰੀਆਂ ਬਾਰੇ, ਇਵਨ ਪੈਂਡੈਮਿਕ ਬਾਰੇ, ਜਿਸ ਵੇਲੇ ਜਿਹੜਾ ਡਿਪੈਂਡ ਹੀ ਕਮਿਊਨੀਕੇਸ਼ਨ ਦੇ ਉੱਤੇ ਕਰਦਾ, ਬਸ ਮਨ ਕੀ ਬਾਤ ਤੱਕ ਕਮਿਊਨੀਕੇਸ਼ਨ ਹੁੰਦੀ ਹੈ, ਇੱਕ ਵਿਅਕਤੀ ਕਰਦਾ ਤੇ ਸਾਰੇ ਦੇਸ਼ ਨੂੰ ਦੱਸਦਾ। ਡਾਕਟਰ ਪੈਰਲ ਗਰਗ ਜੀ, ਇਹ ਜਿਸ ਵੇਲੇ ਅਪ੍ਰੈਲ ਦਾ ਮਹੀਨਾ ਸੀ ਪਿਛਲਾ ਕੋਵਿਡ ਦੇ ਨਾ ਸਾਰੇ ਦੇਸ਼ ਅਜੇ 2000 ਕੇਸ ਸੀਗੇ ਤੇ ਇੱਕ ਐਮਪਾਵਰਡ ਗਰੁੱਪ ਮਿਲਿਆ, ਪ੍ਰਧਾਨ ਮੰਤਰੀ ਨੇ ਐਮਪਾਵਰਡ ਗਰੁੱਪਸ ਬਣਾਏ ਸੀਗੇ ਤੇ ਐਮਪਾਵਰਡ ਗਰੁੱਪ ਨੰਬਰ 6 ਹੈਡਡ ਬਾਈ CEO ਜਿਹੜੇ ਸਾਰਾ ਦੇਸ਼ ਹੀ ਚਲਾ ਲੈਂਦੇ ਨੇ ਵਿੱਚੋਂ ਕਦੀ ਅਮਿਤਾਭ ਸਿਨਹਾ ਦੂਸਰੇ ਨੇ, ਤੇ ਉਸ ਐਮਪਾਵਰਡ ਗਰੁੱਪ ਨੇ, ਮੈਂ ਉਹਦੀਆਂ ਮਿੰਟਸ ਦੇਖ ਰਿਹਾ ਸੀਗਾ, ਉਹਨਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ, ਔਰ ਇਹ ਐਮਪਾਵਰਡ ਗਰੁੱਪ ਸੀ, ਪ੍ਰਾਈਵੇਟ ਸੈਕਟਰ NGOs ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਫॉर ਰਿਸਪੌਂਸ ਰਿਲੇਟਡ ਐਕਟੀਵਿਟੀਜ਼, ਕੋਵਿਡ ਦਾ ਮਾਮਲੇ ਦੇ ਵਿੱਚ ਅੰਤਰਰਾਸ਼ਟਰੀ ਉਹਨਾਂ ਨਾਲ ਤੇ ਪ੍ਰਾਈਵੇਟ ਸੈਕਟਰ ਦੇ ਨਾਲ ਕੌਣ ਸਾਰੀ ਕੋਆਰਡੀਨੇਸ਼ਨ ਕਰੇਗਾ, ਇਹ ਐਮਪਾਵਰਡ ਗਰੁੱਪ ਗੱਲ ਕਰ ਰਿਹਾ। ਤੇ ਉਹ ਕਹਿੰਦੇ ਨੇ ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਦੇ ਵਿੱਚ ਆਕਸੀਜਨ ਦੀ ਬੜੀ ਸ਼ਾਰਟੇਜ ਆ ਸਕਦੀ ਹੈ, ਇਹਨੂੰ ਐਡਰੈਸ ਕਰਨ ਲਈ CII ਜਿਹੜਾ ਚੈਂਬਰ ਆਫ ਇੰਡਸਟਰੀਜ਼ ਹੈ, ਇਹ ਕੋਆਰਡੀਨੇਟ ਕਰੇਗਾ ਇੰਡੀਅਨ ਗੈਸ ਐਸੋਸੀਏਸ਼ਨ ਨਾਲ, ਤੇ ਆਕਸੀਜਨ ਦੀ ਕੋਈ ਸ਼ਾਰਟੇਜ ਨਾ ਹੋ ਜਾਵੇ ਇਹਦਾ ਪ੍ਰਬੰਧ ਕਰੇਗਾ। ਉਸ ਵੇਲੇ ਦੇਸ਼ ਵਿੱਚ ਟੋਟਲ ਕੇਸਿਸ ਸੀ 2000, ਅੱਜ ਤੁਸੀਂ ਬੈਠੇ ਹੋ ਮੋਹਾਲੀ 'ਚ ਤੇ ਟੋਟਲ ਕੇਸਿਸ ਜਿਹੜੇ ਨੇ ਉਹ ਤੁਸੀਂ ਦੇਖ ਲਓ ਵੀ ਸਾਡੇ ਇਕੱਲੇ ਮੋਹਾਲੀ ਦੇ ਕਿੱਥੇ ਜਾ ਰਹੇ ਨੇ, ਪੰਜਾਬ ਦੇ ਕੇਸਿਸ 5000 ਤੋਂ ਉੱਤੇ ਟੱਪ ਰਹੇ ਨੇ, 21 ਲੱਖ ਐਕਟਿਵ ਕੇਸ ਨੇ, ਤੇ ਗੱਲ ਉੱਥੇ ਉਹੀ ਹੋ ਰਹੀ ਹੈ ਜਿਹੜੀ ਪਿਛਲੀ ਅਪ੍ਰੈਲ ਦੇ ਵਿੱਚ ਹੋ ਰਹੀ ਸੀ। ਇਹ ਕਿਸ ਦਾ ਕੰਮ ਸੀ ਤੇ ਕਿਉਂ ਨਹੀਂ ਹੋਇਆ, ਕਿਉਂਕਿ ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਉਹਨਾਂ ਨੂੰ ਇਸ ਸਵਾਲ ਦਾ SP ਸਿੰਘ ਜੀ ਨੂੰ ਇੱਕ ਹੋਰ ਐਂਗਲ ਤੋਂ ਲੈਣਾ ਚਾਹੁੰਦਾ। ਸ਼ੋਰ ਇਸ਼ੂ ਕੀ ਹੈ ਵੀ ਇੱਕ ਚਾਹੇ ਪੈਂਡੈਮਿਕ ਆ ਗਈ, ਚਾਹੇ ਐਪੀਡੈਮਿਕ ਆ ਗਈ, ਚਾਹੇ ਕੋਈ ਵੈਸੇ ਕੋਈ ਪ੍ਰੋਬਲਮ ਆ ਗਈ, ਸਡਨ ਇੱਕ ਐਕਸੀਡੈਂਟ ਹੋ ਗਿਆ, ਡਿਜ਼ਾਸਟਰ ਆ ਗਿਆ, ਤਿੰਨ ਚੀਜ਼ਾਂ ਨੇ ਨਾ, ਡਿਜ਼ਾਸਟਰ ਮੈਨੇਜਮੈਂਟ, ਐਪੀਡੈਮਿਕ ਐਕਟ ਅਸੀਂ ਡਾਰ ਰਿਹਾ, ਡਿਜ਼ਾਸਟਰ ਆ ਗਿਆ, ਅੱਗ ਲੱਗ ਗਈ, ਕਈ ਐਕਸੀਡੈਂਟ ਹੋ ਗਏ ਬੱਸਾਂ ਦੇ, ਰੇਲਵੇ, ਉਹਨਾਂ ਨੂੰ ਮੈਨੇਜ ਕਰਨ ਵਾਸਤੇ ਦੋ ਪਾਰਟ ਨੇ, ਇੱਕ ਪਾਰਟ ਹੈ ਟ੍ਰੀਟਮੈਂਟ ਪਾਰਟ, ਦੂਜਾ ਪਾਰਟ ਉਹਦੇ ਚ ਪਬਲਿਕ ਅਵੇਅਰਨੈਸ ਤੇ ਪਬਲਿਕ ਨੂੰ ਵਾਬਸਤਾ ਹੋਣਾ। ਜਿਹੜਾ ਪਬਲਿਕ ਵਾਲਾ ਹਿੱਸਾ ਹੈ ਉਹਨੂੰ ਸਾਡੀ ਸਰਕਾਰ ਨੇ ਟੋਟਲ ਇਗਨੋਰ ਕਰਿਆ। ਹੁਣ ਕੋਵਿਡ ਐਡੀ ਵੱਡੀ ਬਿਮਾਰੀ ਆ ਗਈ ਸੀ, 23 ਮਾਰਚ ਨੂੰ ਅਸੀਂ ਕਹਿੰਦਾ 25 ਤੋਂ ਅਸੀਂ ਲਾਕਡਾਊਨ ਲਾਉਣਾ ਹੈ, ਅਸੀਂ ਕਹਿੰਦਾ ਲੋਕੋ ਇਨਵੋਲਵ ਹੋਵੋ, ਥਾਲੀਆਂ ਖੜਕਾਓ, ਟੱਲੀਆਂ ਵਜਾਓ, ਇਹ ਕਰੋ, ਪਬਲਿਕ ਨੂੰ ਇਨਵੋਲਵ ਅਸੀਂ ਐਂ ਕਰਿਆ, ਇਨਵੋਲਵ ਤਾਂ ਕਰਨਾ ਸੀ ਪਰ ਟੱਲੀਆਂ ਨਾਲ ਨਹੀਂ, ਪਬਲਿਕ ਨੂੰ ਇਨਵੋਲਵ ਕਰਨਾ ਸੀ, ਕਿਉਂਕਿ ਅਸੀਂ ਮਾਸਕ ਪਹਿਨਾਉਣੇ ਨੇ, ਉਹ ਅਸੀਂ ਉਹਨੂੰ ਦੱਸੇ ਨਹੀਂ, ਨਾ ਕਿਸੇ ਨੂੰ ਪਤਾ ਮਾਸਕ ਕੀ ਹੁੰਦਾ, ਨਾ ਪਤਾ ਮਾਸਕ ਦਾ ਅਲਟਰਨੇਟਿਵ ਕੀ ਹੈ, ਨਾ ਇਹਦਾ ਪਰਪਸ ਪਤਾ, ਉਸ ਤਰੀਕੇ ਨਾਲ ਉਹ ਹੁਕਮ ਕਰੀ ਗਏ ਵੀ ਕਰੋਨਾ ਰੁਕ ਜਾਏਗਾ ਤੁਸੀਂ ਇੱਕ। ਸੋ ਲੋਕਾਂ ਨੂੰ ਇਹ ਇਨਵੋਲਵ ਕਰਨਾ ਕਿ ਬਿਮਾਰੀ ਸਾਤੋਂ ਕੱਢਿਆਂ ਤੋਂ, ਨਾ ਹੈਲਥ ਡਿਪਾਰਟਮੈਂਟ ਤੋਂ, ਨਾ ਸਰਕਾਰ ਤੋਂ ਕੰਟਰੋਲ ਨਹੀਂ ਹੋਣੀ, ਆਪਾਂ ਸਾਰਿਆਂ ਨੇ ਰਲ ਕੇ ਕੰਟਰੋਲ ਕਰਨੀ ਹੈ। ਜਨਤਾ ਜਿਹੜੀ ਸੀ ਉਹਦੇ 'ਚ ਉਹ ਪਾਰਟੀਸਪੇਟ, ਇਹ ਨਹੀਂ ਹੈ ਕਿ ਉਹਨਾਂ ਨੇ ਇਲਾਜ ਕਰਨਾ ਵੀ ਤੁਸੀਂ ਇਹਨਾਂ ਗੱਲਾਂ ਦਾ, ਉਹਦੇ 'ਚ ਅਸੀਂ ਹੁਕਮ ਕਰਦੇ ਗਏ, ਉਹਨੂੰ ਇਨਵੋਲਵ ਨਹੀਂ ਕਰਿਆ। ਇੱਕ ਦੂਜੀ ਪਾਰਟੀ ਜਿਵੇਂ ਇਹਨਾਂ ਨੇ ਕਿਹਾ NGO ਨੂੰ, ਕੱਢਿਆ NGO ਨਹੀਂ ਸੀ, ਅਸੀਂ ਮੁਹੱਲਾ ਕਮੇਟੀਆਂ ਬਣਾ ਸਕਦੇ ਸੀ। ਦੂਜਾ ਪਾਰਟ ਅਸੀਂ ਲੋਕਾਂ ਨੂੰ, ਜਿਹੜਾ ਸਾਡਾ ਹੈਲਥ ਸਿਸਟਮ ਹੈ ਉਹਨੂੰ ਇਹ ਟ੍ਰੇਨਡ ਨਹੀਂ ਕਰਿਆ ਤੇ ਨਾ ਲੋਕਾਂ ਨੂੰ ਦੱਸਿਆ ਵੀ ਇੰਨੇ ਬੰਦਿਆਂ ਤੋਂ ਸਿਰਫ ਇੰਨਾ ਕੁ ਨੂੰ ਹਸਪਤਾਲ ਆਉਣਾ ਪੈਣਾ। ਹੁਣ ਜਿਹਨੂੰ ਮਾੜਾ ਜਿਹਾ ਹੋਇਆ, ਜਿਹਨੂੰ ਹੋਗਾ ਕੋਵਿਡ, ਉਹ ਕਹਿੰਦਾ ਵੀ ਮਰ ਗਏ, ਹੁਣ ਨਹੀਂ ਬਚਦੇ। ਮੈਨੂੰ ਨਾ ਉਹ ਫੋਟੋਆਂ ਬੜੇ ਸਪਸ਼ਟ ਤਰੀਕੇ ਨਾਲ ਦਿਖਾਈ ਦਿੰਦੀਆਂ ਨੇ ਤੇ ਸੁਰਖੀਆਂ ਉੱਚੀ ਉੱਚੀ ਸੁਣਾਈ ਦਿੰਦੀਆਂ ਨੇ, ਜਿਹੜੀਆਂ ਅਖਬਾਰਾਂ ਵਿੱਚ ਨਹੀਂ ਛਪਦੀਆਂ ਤੇ TV ਤੇ ਨਹੀਂ ਆਉਂਦੀਆਂ। ਫੋਰ ਐਗਜ਼ਾਮਪਲ, ਇੱਕ ਚੰਗੇ ਸਮਾਜ ਦੇ ਵਿੱਚ ਮੇਰਾ ਜਿਹੜਾ ਅੱਜ ਮੁਹੱਲੇ ਦਾ ਕਾਉਂਸਲਰ ਹੈ, ਮੇਰੇ ਮਿਊਨਿਸਪਲ ਕਾਰਪੋਰੇਟਰਸ ਨੇ, ਮੇਰਾ ਲੋਕਲ MLA ਹੈ, MP ਹੈ, ਇਹ ਤਾਂ ਪਿਛਲੇ 1 ਸਾਲ ਤੋਂ ਹਸਪਤਾਲਾਂ ਦੇ ਵਿੱਚ ਭੱਜੇ ਹੋਣੇ ਚਾਹੀਦੇ ਸੀ। ਪਿਛਲੇ 6 ਮਹੀਨਿਆਂ ਤੋਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ। ਇੱਕ ਸੈਕਿੰਡ ਮੇਰੀ ਗੱਲ ਸੁਣ ਲਓ ਕਿ ਭਾਈ ਟੋਟਲ ਇਸ ਹਸਪਤਾਲ 'ਚ ਆਕਸੀਜਨ ਕਿੰਨੀ ਹੈ, ਇਹ ਆਂਦੀ ਕਿੱਥੋਂ ਹੈ, ਮੈਨੂਫੈਕਚਰ ਕਿੱਥੋਂ ਹੁੰਦੀ ਹੈ, ਤਾਂ ਤੁਸੀਂ ਕਿਹਾ ਵੀ ਲੋਕਾਂ ਦੀ ਪਾਰਟੀਸਪੇਸ਼ਨ, ਜੇ ਲੋਕਾਂ ਦੀ ਪਾਰਟੀਸਪੇਸ਼ਨ ਹੁੰਦੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸਾਰੇ ਮੱਧ ਪ੍ਰਦੇਸ਼ 'ਚ ਜਿੱਥੇ 1 ਲੱਖ ਦੇ ਆਸ-ਪਾਸ ਕੇਸ ਜਾ ਰਹੇ ਨੇ, ਇੱਕ ਸਿੰਗਲ ਆਕਸੀਜਨ ਮੈਨੂਫੈਕਚਰਿੰਗ ਪਲਾਂਟ ਨਹੀਂ ਹੈਗਾ, ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸਾਡੀ ਆਕਸੀਜਨ ਹਿਮਾਚਲ ਤੋਂ ਆਉਂਦੀ ਹੈ, ਪਾਣੀਪਤ ਤੋਂ ਆਉਂਦੀ ਹੈ, ਰੁੜਕੀ ਤੋਂ ਆਉਂਦੀ ਹੈ ਤੇ ਦੇਹਰਾਦੂਨ ਤੋਂ ਆਉਂਦੀ ਹੈ, ਤੇ ਪੰਜਾਬ ਇੱਕ ਸਿੰਗਲ ਕਿਊਬਿਕ ਮੀਟਰ ਆਕਸੀਜਨ ਦਾ ਆਪਣਾ ਪ੍ਰੋਡਿਊਸ ਨਹੀਂ ਕਰਦਾ, ਤੇ ਲੋਕੀ ਰੌਲਾ ਪਾ ਦੇਣਗੇ ਤੇ ਪੋਲੀਟੀਸ਼ੀਅਨ ਨੂੰ ਮੁਸੀਬਤ ਆ ਜਾਏਗੀ। ਇਸ ਕਰਕੇ ਲੋਕਾਂ ਦੀ ਪਾਰਟੀਸਪੇਸ਼ਨ ਕਿਉਂ ਕਰਾਣੀ ਹੈ? ਉਹ ਬੜਾ ਸਿਆਣਾ ਸਿਆਸਤਦਾਨ ਹੈ। ਮੈਂ ਤੁਹਾਡੇ ਨਾਲ ਐਗਰੀ ਕਰਦਾ, ਇਸੇ ਕਰਕੇ ਨਹੀਂ ਕਰਾ ਰਿਹਾ, ਪਰ ਮੈਂ ਜਿਹੜੀ ਗੱਲ ਕਹਿਣਾ ਉਹ ਇਹ ਹੈ, MLA ਨੇ ਇਕੱਲਾ ਇਹੀ ਨਹੀਂ ਦੇਖਣਾ ਸੀ ਵੀ ਹਸਪਤਾਲ ਚੱਲਦਾ ਹੈ, ਮਿਊਨਿਸਪਲ ਕਮਿਸ਼ਨਰ ਨੇ ਜਾਂ ਜਿਹਨੇ ਵੀ, ਉਹਨੇ ਲੋਕਾਂ ਨੂੰ ਵੀ ਇਕੱਠੇ, ਕਿਉਂਕਿ ਲੋਕਾਂ ਦਾ ਨੁਮਾਇੰਦਾ ਕਹਿੰਦਾ ਨਾ, ਆਪਣੇ ਆਪ ਨੂੰ ਵੋਟਾਂ ਲੈਂਦਾ ਉਹਨਾਂ ਦੀਆਂ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਗਾਹਾਂ ਟੀਮਾਂ ਬਣਾਉਂਦਾ ਅੱਗੇ। ਹਾਲਾਂਕਿ ਉਹਦੀ ਪੋਲਿਟਿਕਸ ਵੀ ਇਹਦੇ ਨਾਲ ਵੱਧਦੀ, ਉਹ ਲੋਕਾਂ ਜਾਣ ਨੂੰ ਚਾਹ ਹੀ ਨਹੀਂ। ਤੁਸੀਂ ਕਿਸੇ MP ਦਾ ਪੰਜਾਬ ਦੇ ਬਿਆਨ ਪੜਿਆ ਵੀ ਆਕਸੀਜਨ ਦੀ ਪ੍ਰਾਈਸ ਦੀ ਕੈਪਿੰਗ ਕਰਨੀ ਹੈ? ਇਹ ਪਿਛਲੇ ਸਾਲ ਦਾ ਫੈਸਲਾ ਹੈ, ਮੈਂ ਆ ਰਿਹਾ, ਲਾਸਟ ਈਅਰ ਦਾ ਫੈਸਲਾ। ਮੇਰਾ ਕਿਹੜਾ MP ਬੋਲਿਆ? ਲੈਟ ਮੀ
ਸੋ ਉਹ ਨਹੀਂ ਦੱਸਣਗੇ ਕਿਉਂਕਿ ਲੋਕਾਂ ਨੂੰ ਨਾ ਵਾਬਸਤਾ ਕਰਨਾ ਚਾਹੁੰਦੇ ਨੇ, ਨਾ ਲੋਕਾਂ ਨਾਲ ਉਹਨਾਂ ਦਾ ਲਿੰਕ ਆ, ਉਹ ਸਿਰਫ ਵੋਟਾਂ ਲੈ ਕੇ ਉਦੋਂ ਬਾਅਦ ਆ। ਦੂਜਾ ਪਾਰਟ ਦੂਜਾ ਪਾਰਟ ਇਹ ਹੁੰਦਾ ਹੈ ਕਿ ਅਸੀਂ ਜਿੰਨੇ ਵੀ, ਜੇ ਘਰ 'ਚ ਵੀ ਕੋਈ ਗੈਸਟ ਆ ਜੇ, ਰੋਟੀਆਂ ਥੋੜ੍ਹੀਆਂ ਹੋਣ ਤੇ ਅਸੀਂ ਦੱਸਣਾ ਵੀ ਜਿਹਨੇ ਰੋਟੀ ਆਲਰੇਡੀ ਖਾਧੀ ਹੋਈ ਥੋੜ੍ਹੀ ਬਹੁਤੀ, ਉਹਨੂੰ ਬਚ ਸਕਦੀ ਹੈ, ਉਹਨੂੰ ਨਾ ਦਿਓ ਅਜੇ। ਠੀਕ ਹੈ। ਅਸੀਂ ਲੋਕਾਂ ਨੂੰ ਦੱਸਣਾ ਸੀ ਕਿ ਭਾਈ ਜੇ ਤੁਹਾਨੂੰ ਕਰੋਨਾ ਹੋ ਵੀ ਜਾਂਦਾ ਜੀ, ਇੱਕ ਤਾਂ ਨਿਸ਼ਾਨੀਆਂ ਆ ਨੇ, ਐਂ ਟੈਸਟ ਕਰਾ ਲਓ, ਉਸ ਤੋਂ ਬਾਅਦ ਇੰਨੇ % ਜੇ ਆ ਤੁਹਾਡੀ ਉਮਰ ਹੈ 50 ਸਾਲ ਤੋਂ ਘੱਟ ਤੋਂ, ਕੋਈ ਹੋਰ ਬਿਮਾਰੀ ਹੈ ਨਹੀਂ, ਤੇ 95% ਨੇ ਆਪੇ ਠੀਕ ਹੋ ਜਾਣਾ। ਅੱਜ ਤਾਂ ਹਸਪਤਾਲ 'ਚ ਪ੍ਰੋਫੈਸਰ ਮਨਮੀਤ ਉਹ ਰੋਲ ਰਿਹਾ ਜਿਹਨੂੰ ਬੇਹੱਦ ਸਖਤ ਲੋੜ ਹੈ। ਮੈਂ ਇੱਕ ਲਾਈਨ 'ਚ ਬਸ, ਹੁਣ ਤਾਂ ਉਹ ਰੋਲ ਅਸੀਂ ਉਹਨਾਂ ਨੂੰ ਕੀ ਕਰਤਾ, ਨਹੀਂ ਇਹੀ ਜੇ ਤੁਸੀਂ ਇੱਥੇ ਉਂਗਲ ਤੇ 60 ਵਜੇ, ਇੱਥੇ ਸਿਰ 'ਚ 60 ਵਜੇ, ਤੁਸੀਂ ਖੂਨ ਬੰਦ ਨਾ ਕਰੋ, ਫਿਰ ਉਹ ICU 'ਚ ਜਾਏਗਾ, ਜਦ ਕਿ ਉਹ ਖੂਨ ਤੁਸੀਂ ਐ ਹੱਥ ਰੱਖ ਕੇ ਬੰਦ ਕਰ ਸਕਦੇ ਸੀ। ਮੈਂ ਇਹ ਕਹਿਣਾ ਵੀ ਉਹਨਾਂ ਮਰੀਜ਼ਾਂ ਨੂੰ ਅਸੀਂ ICU ਤੱਕ ਪਹੁੰਚਾਇਆ ਕਿਵੇਂ ਹੈ? ਸੋ ਉਹ ਪਰਾਇਆ ਲੈਕ ਆਫ ਇਨਫੋਰਮੇਸ਼ਨ ਨਾਲ। ਦੂਜਾ ਅਸੀਂ ਉੱਥੇ ਭੀੜ ਤੰਤਰ ਇਕੱਠਾ ਕਰਤਾ, ਜਿਹਨੂੰ ਮੇਰੇ ਵਰਗੇ ਨੂੰ ਮਾਮੂਲੀ ਤਕਲੀਫ ਵੀ ਹੋਵੇ ਉਹਨੂੰ ਤਾਂ ਦਾਖਲ ਕਰ। ਇਜ਼ ਇਟ ਓਨਲੀ ਲੈਕ ਆਫ ਇਨਫੋਰਮੇਸ਼ਨ ਜਿਹੜੀ ਕਹਿ ਰਹੇ ਨੇ ਕਿ, ਔਰ ਤੁਸੀਂ ਤਾਂ ਇਨਫੋਰਮੇਸ਼ਨ ਦੇ ਉਸ ਮਹਿਕਮੇ 'ਚ ਕੰਮ ਕਰਦੇ ਹੋ, ਕਿ ਇੱਕ ਸ਼ੀਅਰ ਇਨਕੰਪੀਟੈਂਸ ਵੀ ਹੈ, ਸਿਸਟਮੈਟਿਕ ਐਪੈਥੀ ਵੀ ਹੈ, ਸਾਨੂੰ ਕੋਈ ਲਾਗਾ ਦੇਗਾ ਵੀ ਨਹੀਂ ਹੈ ਲੋਕਾਂ ਦੀ ਸਿਹਤ ਨਾਲ। ਤੇ ਇਹ ਜੇ ਉਸ ਵੇਲੇ ਸਾਲ ਪਹਿਲਾਂ ਤੁਸੀਂ ਮੀਟਿੰਗਾਂ ਕਰ ਰਹੇ ਸੀ ਤੇ ਇਹ ਤੁਸੀਂ ਆਰਗੇਨਾਈਜੇਸ਼ਨ ਬਣਾਈ ਕਿ ਅਸੀਂ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਬਣਾਈ ਹੈ ਤੇ ਇਹ ਕੈਪ ਕਰੇਗੀ ਆਕਸੀਜਨ ਪ੍ਰਾਈਸਿਸ ਨੂੰ। ਸੈਕੰਡ ਦੀ ਤੁਸੀਂ PGI 'ਚ ਕੰਮ ਕਰਦੇ ਹੋ, ਦੁਨੀਆ ਦੇ ਕਿਸੇ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਦਾ ਜਾਂ ਉਹਦੇ ਰਿਸ਼ਤੇਦਾਰਾਂ ਦਾ ਕੋਈ ਕੰਮ ਹੈ ਕਿ ਉਹ ਸੜਕ ਤੇ ਮੈਨੂੰ ਆਕਸੀਜਨ ਦਾ ਸਿਲੰਡਰ ਲੈਣ ਜਾਂਦਾ ਜਾਂ ਲੈ ਕੇ ਆਉਂਦਾ ਦਿਖਾਈ ਦੇ ਜਾਏ? ਬਿਲਕੁਲ ਨਹੀਂ, ਉਹ ਤਾਂ ਮੈਂ ਕੱਲ ਦੀ ਦੇਖ ਰਹੀ ਹਾਂ। ਕਿਸੇ ਆਦਮੀ ਦੇ ਹੱਥ 'ਚ ਆਕਸੀਜਨ ਦਾ ਸਿਲੰਡਰ ਹੋ ਕਿੱਦਾਂ ਸਕਦਾ ਹੈ? ਲੱਗਿਆ ਮੈਨੂੰ ਵੀ ਇਹ ਦੇਖ ਕੇ ਕਿ ਹਰ ਬੰਦਾ ਜਿਹੜਾ ਉਹ ਮਤਲਬ ਐਦਾਂ ਦਿਖ ਰਿਹਾ ਕਿ ਜਿਵੇਂ ਆਕਸੀਜਨ ਲੈ ਕੇ ਦੌੜ ਰਿਹਾ। ਨਹੀਂ, ਇਹ ਕਿੱਦਾਂ ਹੋ ਸਕਦਾ? ਇਹ ਮਿਲਣੀ ਇਸ ਤਰ੍ਹਾਂ ਕਿਵੇਂ ਮਿਲੇਗੀ? ਹਸਪਤਾਲ ਦੇ ਡਾਕਟਰ ਭਾਵੇਂ ਭੱਜੇ ਫਿਰਨ, ਸਾਰੀ ਹਸਪਤਾਲ ਦੀ ਐਡਮਿਨਿਸਟ੍ਰੇਸ਼ਨ ਭੱਜੀ ਫਿਰੇ ਕਿ ਕਿੱਥੋਂ ਅਸੀਂ ਆਕਸੀਜਨ ਦਾ ਪ੍ਰਬੰਧ ਕਰਨਾ ਹੈ, ਮਰੀਜ਼ਾਂ ਦੇ ਰਿਸ਼ਤੇਦਾਰ ਭੱਜੇ ਫਿਰਨ ਆਕਸੀਜਨ ਖਰੀਦਣ ਲਈ ਬਾਜ਼ਾਰਾਂ ਦੇ ਵਿੱਚ। ਥਰਡ ਵਰਲਡ ਕੰਟਰੀ ਹੈ, ਟਿਨ ਪॉट ਅਫਰੀਕਨ ਲਿਟਲ ਨੇਸ਼ਨ ਹੈ। ਬਿਲਕੁਲ ਨਹੀਂ, ਜੋ ਤੁਸੀਂ ਮੈਨੂੰ ਹੁਣੇ ਸਵਾਲ ਕੀਤਾ ਕਿ ਮਤਲਬ ਮੈਂ ਤਾਂ ਪੁੱਛਿਆ ਕਿ ਕੀ ਇਨਕੰਪੀਟੈਂਸ ਹੈ? ਸਭ ਕੁਝ ਹੈ। ਲੈਟਸ ਸਟਾਪ ਮਿਕਸਿੰਗ ਆਵਰ ਵਰਡਸ। ਮੇਰੇ ਖਿਆਲ ਜੇ ਨਲਾਇਕ ਸਾਡੇ ਤੇ ਮੁਸੱਲਤ ਨੇ ਤਾਂ ਇਹਨਾਂ ਦਾ ਨਾਮ ਨਲਾਇਕ ਤਾਂ ਕਹਿ ਦਈਏ। ਨਹੀਂ, ਬਿਲਕੁਲ ਹੈ। ਮੇਰੇ ਮੂੰਹ ਤੋਂ ਹਥਿਆਰਾ ਵੀ ਨਿਕਲ ਜਾਂਦਾ। ਠੀਕ ਹੈ, ਮੈਂ ਬਿਲਕੁਲ ਇਹ ਕਹਾਂਗੀ ਕਿ ਇਹ ਬਿਲਕੁਲ ਠੀਕ ਗੱਲ ਹੈ ਕਿ ਅਸੀਂ ਕਿਸੇ ਵੀ ਲੈਵਲ ਦੇ ਉੱਪਰ ਕੁਝ ਵੀ ਸੀਰੀਅਸਲੀ ਲਿਆ ਹੀ ਨਹੀਂ, ਕਿਉਂਕਿ ਸ਼ਾਇਦ ਅਸੀਂ ਆਪਣੇ ਹਿਊਮਨ ਰਿਸੋਰਸ ਨੂੰ, ਜਿਹੜਾ ਸਾਡੇ ਕੋਲ ਇੰਨਾ ਜ਼ਿਆਦਾ ਸੀ, ਕਿਸੇ ਇੱਕ ਟਾਈਮ ਤੇ ਅਸੀਂ ਕਹਿੰਦੇ ਸੀ ਕਿ ਇਹ ਸਾਡੇ ਲਈ ਇੱਕ ਐਸੀ ਚੀਜ਼ ਹੈ, ਠੀਕ ਹੈ, ਜਿਹੜੀ ਦੁਨੀਆ 'ਚ ਕਿੰਨਾ ਵੀ ਬਦਲਾਅ ਲਿਆ ਸਕਦੀ ਹੈ, ਕਿਉਂਕਿ ਸਾਡਾ ਨੰਬਰ ਇੰਨਾ ਜ਼ਿਆਦਾ ਸੀ, ਠੀਕ ਹੈ। ਅਸੀਂ ਉਸ ਨੰਬਰ ਨੂੰ ਯੂਜ਼ ਨਹੀਂ ਕੀਤਾ, ਨਾ ਉਦੋਂ ਕੀਤਾ ਨਾ ਅੱਜ ਕਰ ਰਹੇ ਹਾਂ, ਠੀਕ ਹੈ। ਅੱਜ ਵੀ ਇਸ ਲਈ ਨਹੀਂ ਕਰ ਰਹੇ ਕਿਉਂਕਿ ਸਾਨੂੰ ਉਹਦੀ ਵੈਲਿਊ ਹੀ ਨਹੀਂ ਸ਼ਾਇਦ। ਜੋ ਤੁਸੀਂ ਕਹਿ ਰਹੇ ਹੋ ਨਾ ਕਿ ਲੈਟ ਅਸ ਨਾਟ ਮਿਸ, ਉਹਨਾਂ ਨੂੰ ਸਾਡੀ ਜਾਨ ਦੀ ਪਰਵਾਹ ਹੀ ਨਹੀਂ ਹੈ, ਠੀਕ ਹੈ। ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਜਿਹੜਾ ਰਿਸੋਰਸ ਹੈ ਉਹਨਾਂ ਕੋਲ ਇਹ ਕਿੰਨਾ ਯੂਜ਼ਫੁਲ ਹੈ, ਉਹਨੂੰ ਬਚਾਉਣ ਦੀ ਕਿੰਨੀ ਲੋੜ ਹੈ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਇਹ ਜਿਹੜਾ ਨੈਸ਼ਨਲਿਸਟਿਕ ਪ੍ਰਾਈਡ ਹੁੰਦਾ ਨਾ, ਆਪਣੇ ਭਾਰਤ ਤੇ ਗਰਵ, ਉਹ ਕਿਸੇ ਦੀਆਂ ਗੱਲਾਂ ਸੁਣ ਕੇ ਵੱਡੀਆਂ ਤੇ ਉਹਦੇ ਨਾਲ ਜਿਹੜਾ ਨਾ ਸੀਨਾ ਫੈਲ ਤੇ ਜਾਂਦਾ ਹੈ, ਪਰ ਜਿਹੜੀ ਫੇਫੜਿਆਂ 'ਚ ਹਵਾ ਜਾਣੀ ਹੁੰਦੀ ਨਾ, ਉਹਦੇ ਲਈ ਜਿਹੜੀ ਆਕਸੀਜਨ ਚਾਹੀਦੀ ਹੈ ਉਹ ਹੈ ਨਹੀਂ। ਯੂ ਨੀਡ ਆਕਸੀਜਨ ਟੂ ਫਿਲ ਦਾ ਲੰਗਸ। ਉਹ ਤੇ ਆਕਸੀਜਨ ਚਾਹੀਦੀ ਹੁੰਦੀ ਹੈ ਜਿਹੜੀ ਮਿਲ ਨਹੀਂ ਰਹੀ। ਗੱਲ ਕਰਾਂਗੇ ਕਿ ਸੀਨਾ ਅਸੀਂ ਕਾਹਦੇ ਲਈ ਫਲਾਈ ਫਿਰਦੇ ਹਾਂ ਤੇ ਅਸਲ ਹਾਲਤ ਸਾਡੀ ਕੀ ਹੈ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਉਹਨਾਂ ਬਾਰੇ ਜਿਹੜੇ ਆਕਸੀਜਨ ਦੇ ਸਿਲੰਡਰ ਲੈ ਕੇ ਸੱਜੇ ਖੱਬੇ ਭੱਜਦੇ ਫਿਰਦੇ ਆ ਤੇ ਜਿਨ੍ਹਾਂ ਦੇ ਰਿਸ਼ਤੇਦਾਰ ਹਸਪਤਾਲਾਂ ਦੇ ਵਿੱਚ ਇੱਕ ਸਾਹ ਉੱਤੇ ਤੇ ਇੱਕ ਥੱਲੇ ਤੇ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ, ਉਸ ਅਵਸਥਾ ਵਿੱਚ ਨੇ। ਐਂਡ ਇਟ ਕੁਡ ਬੀ ਐਨੀਵਨ। ਅਸੀਂ ਹੋ ਸਕਦੇ ਹਾਂ, ਤੁਸੀਂ ਹੋ ਸਕਦੇ ਹੋ, ਸਾਡੇ ਮਿੱਤਰ ਪਿਆਰੇ ਹੋ ਸਕਦੇ ਨੇ, ਤੇ ਜਿਹੜੇ ਜਾ ਰਹੇ ਨੇ ਉਹ ਸਾਡੇ ਹੀ ਮਿੱਤਰ ਪਿਆਰੇ ਨੇ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਮਨਮੀਤ ਕੌਰ ਜੀ PGI ਤੋਂ ਅਤੇ ਡਾਕਟਰ ਪਿਆਰੇ ਲਾਲ ਗਰਗ ਜੀ। ਫਿਰ ਪਿਆਰੇ ਲਾਲ ਗਰਗ ਜੀ, ਜੇ ਉੱਤਰ ਪ੍ਰਦੇਸ਼ ਮੁਲਕ ਹੁੰਦਾ ਤਾਂ ਦੁਨੀਆ ਦਾ ਪਾਪੂਲੇਸ਼ਨ ਦੇ ਹਿਸਾਬ ਨਾਲ 5ਵਾਂ ਸਭ ਤੋਂ ਵੱਡਾ ਮੁਲਕ ਹੁੰਦਾ। ਇਹ ਕਿਸ ਤਰ੍ਹਾਂ ਰਨ ਹੋ ਰਿਹਾ? ਮੈਂ ਤਾਂ ਪੁੱਛ ਰਿਹਾ, ਕਿਸੇ ਤਰੀਕੇ ਇਹਨਾਂ ਨਾਲ ਕਿਸੇ ਜ਼ਰੀਏ ਕੋਈ ਜਾਣ ਪਛਾਣ ਰਹੀ ਹੈ ਮੇਰੀ। ਵਿਨੇ ਸ੍ਰੀਵਾਸਤਵ, ਮੇਰੇ ਤੋਂ ਵੱਡੀ ਉਮਰ ਸੀ ਉਹਨਾਂ ਦੀ, 65 ਸਾਲ ਦੀ ਉਮਰ, ਲਖਨਊ 'ਚ ਹੁੰਦੇ ਸੀ ਅੱਜ ਕੱਲ੍ਹ। ਆਖਰੀ ਵਾਰੀ ਉਹਨਾਂ ਨੇ 16 ਅਪ੍ਰੈਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਕਿ ਆਕਸੀਜਨ ਨਹੀਂ ਮਿਲ ਰਹੀ ਹੈ ਤੇ 52% ਤੇ ਮੈਂ ਹਾਂ। हिंदी च उन्होंने ट्वीट किया, आपके राज्य में डॉक्टर, अस्पताल और पाठ लाभ सब निरंकुश हो गए हैं। मैं 65 की आयु का हूँ और मेरी ऑक्सीजन घट के 52 हो गई है और कोई भी अस्पताल, लैब व डॉक्टर फ़ोन नहीं उठा रहे हैं। अगले दिन
ਸੈਟਰਡੇ ਦੀ ਆਫਟਰਨੂਨ, ਸ਼ਨੀਵਾਰ ਦੀ ਦੁਪਹਿਰ, ਉਹਨਾਂ ਨੇ ਆਪਣੀ ਉਹ ਫਿੰਗਰ ਦੇ ਉੱਤੇ ਆਕਸੀਮੀਟਰ ਲਗਾਉਂਦੇ ਆ, ਪਲਸ ਆਕਸੀਮੀਟਰ SpO2 ਦੇਖਣ ਲਈ, ਉਹਨਾਂ ਨੇ ਕਿਹਾ ਕਿ 31% ਤੇ ਆ ਗਈ ਹੈ। ਕੁਝ ਸੁਣਿਆ ਹੈ ਮਦਦ ਦੇ, ਪਰ ਉਸ ਵੇਲੇ ਤੱਕ ਉਹ ਜਾ ਚੁੱਕੇ ਸੀ। ਹਸਪਤਾਲ ਐਡਮਿਟ ਨਹੀਂ ਸੀ ਕਰ ਰਿਹਾ ਉਹਨਾਂ ਨੂੰ ਕਿ ਤੁਹਾਡੇ ਕੋਲ ਕੋਵਿਡ ਦਾ ਸਰਟੀਫਿਕੇਟ ਨਹੀਂ ਹੈ, ਤੁਸੀਂ ਕੋਵਿਡ ਪੋਜ਼ਿਟਿਵ ਨਹੀਂ ਹੋ। ਉਹ ਕਹਿੰਦੇ ਟੈਸਟ ਕਰਾ ਲਿਆ, ਉਹ ਅਗਲੇ ਦਿਨ ਰਿਪੋਰਟ ਆਣੀ ਹੈ ਮੇਰੀ ਆਕਸੀਜਨ ਘਟ ਗਈ, ਆਈ ਐਮ ਐਟ 52%, ਪਰ CMO ਤੋਂ ਚਿੱਠੀ ਚਾਹੀਦੀ ਹੈ ਤੇ CMO ਚਿੱਠੀ ਦੇ ਨਹੀਂ ਰਿਹਾ ਕਿਉਂਕਿ ਤੁਸੀਂ ਕੋਵਿਡ ਪੋਜ਼ਿਟਿਵ ਨਹੀਂ ਹੋ, ਤੇ ਅਜੇ ਰਿਪੋਰਟ ਨਹੀਂ ਸੀ ਆਈ ਤੇ ਬੰਦਾ ਚਲਾ ਗਿਆ। ਸਾਰੇ ਬੰਦੇ ਟੈਕਨੀਕਲੀ ਠੀਕ ਨੇ, ਹਰ ਆਦਮੀ ਕਾਨੂੰਨ ਦਾ ਪਾਲਣ ਕਰ ਰਿਹਾ। ਜਦੋਂ ਤੁਸੀਂ ਕੋਵਿਡ ਪੋਜ਼ਿਟਿਵ ਨਹੀਂ ਹੋ ਤੇ ਮੈਂ ਤੁਹਾਨੂੰ ਕਿੱਦਾਂ ਐਡਮਿਟ ਕਰ ਲਾਂ? ਆਕਸੀਜਨ ਤੁਹਾਡੀ 31% ਹੈ ਪਰ ਮੈਨੂੰ ਤੇ ਦਿਸ ਨਹੀਂ ਰਹੀ ਹੈ, ਮੈਂ ਦੇਖਾਂਗਾ ਹੀ ਨਹੀਂ। ਦੈਟ ਇਜ਼ ਵਾਈ ਆਸਕਡ, ਕਿਸੇ ਨੂੰ ਸਾਡੀ ਜਾਨ ਦੀ ਪਰਵਾਹ ਹੈ? ਇਜ਼ ਐਨੀਵਨ ਬੋਦਰਡ ਕਿ ਅਸੀਂ ਜਿਉਂਦੇ ਹਾਂ ਕਿ ਮਰ ਰਹੇ ਹਾਂ? ਤੇ ਜੇ ਬੋਦਰਡ ਹੁੰਦੇ ਤਾਂ ਫਿਰ ਜਦੋਂ ਕੋਵਿਡ ਨਹੀਂ ਆਇਆ ਸੀ ਉਸ ਵੇਲੇ ਜਿਹੜਾ ਤੁਸੀਂ ਸਾਨੂੰ ਨਕਸ਼ਾ ਖਿੱਚ ਕੇ ਦੱਸਦੇ ਸੀ ਕਿ ਸਾਡਾ ਸਿਹਤ ਤੰਤਰ ਅੱਜ ਇਹੋ ਜਿਹਾ ਹੈ, ਉਹ ਨਕਸ਼ਾ ਹੀ ਦੱਸ ਦਿਓ, ਅਸੀਂ ਕੋਵਿਡ ਤੋਂ ਪਹਿਲਾਂ ਵਾਲੇ ਕੋਈ ਚੰਗੇ ਹਾਲਾਤੀ ਯਾਦ ਕਰ ਲਈਏ। ਹਾਊ ਵਰ ਵੀ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ SP ਜੀ। ਪਰਵਾਹ ਤਾਂ ਕਿਸੇ ਨੂੰ ਵੀ, ਕਿਸੇ ਨੂੰ, ਜੇ ਅੱਜ ਮੋਦੀ ਸਾਹਿਬ ਨੂੰ ਵੀ ਕੁਝ ਹੋ ਜਾਏ ਜਾਂ ਅਮਰਿੰਦਰ ਸਿੰਘ ਨੂੰ ਹੋ ਜਾਏ ਤਾਂ ਵੀ ਕਿਸੇ ਨੂੰ ਕੋਈ ਬਹੁਤੀ ਪਰਵਾਹ ਨਹੀਂ, ਕਿਉਂਕਿ ਅਸੀਂ ਵਿਅਕਤੀਗਤ ਬਣਾਤੇ। ਨਾ ਉਹ ਠੀਕ ਹੈ, ਟ੍ਰੀਟਮੈਂਟ ਦੇਈ ਜਾਣਗੇ, ਸਭ ਕੁਝ ਕਰਨਗੇ ਆਮ ਲੋਕਾਂ ਨੂੰ, ਕਿਉਂਕਿ ਅਸੀਂ ਹਰ ਇੱਕ ਨੂੰ ਬਣਾਤਾ ਵੀ ਸੈਲਫਿਸ਼ ਬੰਦਾ ਬਣਾਇਆ। ਜਿੱਥੇ ਲੋੜ ਸੀ, ਜਿਹੜੀਆਂ ਇਹ ਆ ਰਹੀਆਂ ਨੇ ਵੀ ਆਕਸੀਜਨ ਨਹੀਂ ਮਿਲ ਰਹੀ, ਅਸੀਂ ਉਹਨਾਂ ਨੂੰ ਇੰਨੇ ਲਕੀਰ ਦਾ ਫਕੀਰ ਬਣਾਤਾ। ਡਾਕਟਰ ਜਿਹੜਾ ਉਹਨੂੰ ਜਿੰਨੀਆਂ ਮਰਜ਼ੀ ਇੰਸਟਰਕਸ਼ਨ ਹੋਣ, ਮੈਂ ਮੈਨੇਜ ਕਰਦਾ ਰਿਹਾ ਡਿਸਟ੍ਰਿਕਟ ਲੈਵਲ ਹਸਪਤਾਲ ਨੂੰ, ਮੈਡੀਕਲ ਕਾਲਜਾਂ ਨੂੰ ਮੈਨੇਜ ਕਰਦਾ ਰਿਹਾ। ਇਹ ਨਹੀਂ ਹੈ ਕਿ ਮੈਨੂੰ ਕੋਈ ਬਾਇਨ ਹੈ। ਜਦ ਮੈਂ ਦੇਖਦਾ ਜੀ ਆਕਸੀਜਨ ਘੱਟ, ਜਿਹੜਾ ਮਰਜ਼ੀ ਰੀਜ਼ਨ ਹੋਇਆ, ਹੀ ਮੇ ਨਾਟ ਬੀ ਕੋਵਿਡ, ਵਾਈ ਸ਼ੁੱਡ ਹੀ ਨਾਟ ਬੀ ਐਡਮਿਟਡ? ਐਂਡ ਏ ਡਾਕਟਰ ਹੂ ਰਿਫਿਊਜ਼ਸ ਹਿਮ, ਜਿਹਦੀ 31% ਆਕਸੀਜਨ ਜਾਂ 50% ਆਕਸੀਜਨ ਹੈ ਸੈਚੂਰੇਸ਼ਨ, ਉਹਨੂੰ ਦਾਖਲ ਨਹੀਂ ਕਰਦਾ, ਉਹਦਾ ਕਾਤਲ ਹੈ। ਹਾਂ ਬਿਲਕੁਲ। ਉਹਨੂੰ ਜਿਹੜਾ ਮਰਜ਼ੀ ਕਾਨੂੰਨ ਹੋਵੇ, ਮੈਨੂੰ ਇਹ ਕਾਨੂੰਨ, ਮੈਂ ਇੱਕ ਮਿੰਟ ਕਹਿ ਰਿਹਾ ਆਪਣਾ ਸਿਲੰਡਰ ਲੈ ਕੇ ਆਓ। ਨਹੀਂ, ਪਹਿਲਾਂ ਮੇਰੀ ਗੱਲ ਸੁਣ ਲਓ ਜੀ। ਜਿਹੜਾ ਮਰਜ਼ੀ ਕਾਨੂੰਨ ਹੋਵੇ, ਮੈਨੂੰ ਚਿੱਠੀ ਕੱਢ ਕੇ ਸਰਕਾਰੇ ਰੋਕ ਸਕਦੇ, ਮਰਦੇ ਮਰੀਜ਼ ਨੂੰ ਤੂੰ ਬਚਾਉਣਾ ਨਹੀਂ। Who is the government to stop me? Because my ethics, my morality, my training says. ਇਹ ਹਰ ਰੋਜ਼ ਹੋ ਰਿਹਾ, ਸਾਰੇ ਹਸਪਤਾਲਾਂ 'ਚ ਹੋ ਰਿਹਾ। ਜਿਸ ਵਾਰ ਸੇ ਨਾ ਅਸੀਂ ਡਾਕਟਰਾਂ ਨੂੰ ਵੀ ਇਦਾਂ ਦੀ ਬਣਾਤਾ। ਮੈਂ ਕਰਦਾ ਰਿਹਾ ਬਲੂ ਸਟਾਰ ਵੇਲੇ, ਮੈਂ ਲੋਕਾਂ ਨੂੰ ਕਿਹਾ ਵੀ ਰੋਟੀ ਇੱਥੋਂ ਹਸਪਤਾਲ ਤੋਂ ਰਿਸ਼ਤੇਦਾਰਾਂ ਨੂੰ ਵੀ ਮੁਫਤ ਮਿਲੂ, ਲਿਖ ਲਓ ਫਾਈਲ ਤੇ, ਜਿਹਨੇ ਮੇਰੇ ਬਹੁਤ ਵਧੀਆ ਹਸਪਤਾਲ ਨੇ ਉਹ ਬਾਹਰ ਬੈਨਰ ਲਾ ਰਹੇ ਨੇ ਕਿ ਕਿਉਂਕਿ ਆਕਸੀਜਨ ਨਹੀਂ ਹੈ ਮੈਂ ਤੁਹਾਨੂੰ ਐਡਮਿਟ ਨਹੀਂ ਕਰ ਸਕਦਾ। ਕਹਿੰਦਾ ਹਸਪੀਟਲ ਡੂ ਦੈਟ। ਪੂਰਾ ਤੁਸੀਂ ਲੜੋ ਆਕਸੀਜਨ ਲਈ, ਮਤਲਬ ਬੰਦਾ ਕੀ ਕਰੇ, ਆਪ ਜਾ ਕੇ ਲੜੇ। ਮੈਨੂੰ ਪੂਰਾ ਤਾਂ ਕਰ ਲੈਣ ਦਿਓ ਨਾ ਗੱਲ ਛੋਟੀ ਜੀ। ਜੀ ਸਰ। ਅਸੀਂ ਜਿਹੜੀ ਤਿਆਰੀ ਕਰਨੀ ਸੀ ਨਾ ਤਾਂ ਉਹ ਤਿਆਰੀ ਕਰੀ, ਜਿੰਨੀ ਕਿ ਸਾਡੇ ਕੋਲ ਹੈਗੀ ਸੀ ਉਹ ਅਸੀਂ ਅੰਨਾ ਬੰਦੇ ਸੀਟ ਨਹੀਂ ਮੁੜ ਆਪਣੇ ਨੂੰ ਦੇ। ਉਹ ਜਿਹੜਾ ਤਕੜਾ ਉਹਨੂੰ ਮਿਲ ਰਹੀ ਹੈ, ਦੂਜੇ ਨੂੰ ਮਿਲਣੀ ਨਹੀਂ। ਦੂਜੇ ਨੂੰ ਤਾਂ ਜੇ ਉਹਨੂੰ 52% ਦਾ ਤਾਂ ਨਹੀਂ ਮਿਲਣੀ, ਤਕੜੇ ਨੂੰ ਮਿਲ ਜਾਣੀ ਆ 95%। ਡਾਕਟਰ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਹਸਪਤਾਲ, ਕਿਸੇ ਚੰਗੇ ਹਸਪਤਾਲ ਦੇ ਵਿੱਚ ਬਿਨਾਂ ਸਿਫਾਰਿਸ਼ ਤੋਂ ਕਿਸੇ ਨੂੰ ਵੀ ਐਡਮਿਸ਼ਨ ਨਹੀਂ ਮਿਲ ਰਹੀ। ਬਿਲਕੁਲ ਇਹ ਸੱਚ ਹੈ, ਸਾਰਾ ਪੰਜਾਬ ਜਾਣਦਾ। ਤੇ ਇਹ ਸਾਡੀ ਰਾਜਨੀਤੀ ਦਾ ਮੁੱਦਾ ਹੋਵੇਗਾ, ਇਹਦੇ ਤੇ ਵੋਟਾਂ ਪੈਣਗੀਆਂ, ਇਹ ਇਸ਼ੂ ਹੈ ਸਾਡਾ। ਲੋਕੀ ਫੜਨਗੇ ਆਪਣੇ MLA ਇਸ ਇਸ਼ੂ ਨੂੰ ਅਸੀਂ ਨਾ ਤਾਂ ਜਿਹੜੇ ਸਾਡੇ ਰਿਸੋਰਸ ਸੀ ਉਹਨਾਂ ਦੀ ਠੀਕ ਵਰਤੋਂ ਕਰੀਏ, ਨਾ ਉਹਦੀ ਗਾਂ ਡਿਸਟ੍ਰੀਬਿਊਸ਼ਨ ਠੀਕ ਕਰੀਏ। ਇਹ ਇਕੱਲਾ ਇਹੀ ਨਹੀਂ ਵੀ ਇਕੱਲੇ ਮਰੀਜ਼ ਵਾਸਤੇ ਨਹੀਂ ਕਰੀ, ਅਸੀਂ ਕੇਂਦਰ ਨੇ ਜਿਹੜਾ ਸਾਡੇ ਕੋਲ ਸਮਾਨ ਹੈਗਾ ਸੀ ਉਸ ਚੀਜ਼ਾਂ ਨੂੰ ਵੰਡਣ 'ਚ ਵੀ ਕਾਨੀ ਵੰਡ ਕਰੀ ਹੈ। ਅੰਨਾ ਵੰਡੇ ਸੀ ਨਹੀਂ ਮਿਲ ਕੇ ਆਪਣਿਆਂ ਨੂੰ ਦੇ। ਉਹਦੇ ਵਿੱਚ ਜਿਹੜੇ ਪੈਸੇ ਦੇਣੇ ਸੀ, ਮੈਂ ਕੱਲ੍ਹ ਹੀ ਰਿਪੋਰਟ ਪੜ੍ਹ ਰਿਹਾ ਸੀ, ਸਭ ਤੋਂ ਜ਼ਿਆਦਾ ਪੈਸਾ ਜਿਹੜਾ PM ਕੇਅਰ ਫੰਡ ਚੋਂ ਤੇ ਡਿਜ਼ਾਸਟਰ ਮੈਨੇਜਮੈਂਟ ਫੰਡ ਚੋਂ ਗਿਆ ਉਹ ਮੱਧ ਪ੍ਰਦੇਸ਼ ਨੂੰ ਗਿਆ। ਮਹਾਰਾਸ਼ਟਰ ਨੂੰ ਦੂਜੇ ਨੰਬਰ ਤੇ ਗਿਆ, ਜਦ ਕਿ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ। ਮੈਂ ਪੁੱਛ ਨਹੀਂ ਸਕਦਾ, ਉਹ RTI 'ਚ ਕਵਰ ਨਹੀਂ ਹੈਗਾ, PM ਕੇਅਰ ਮੁਫਤ ਹੀ ਬੜਾ ਹੈਗਾ। ਮੇਰੀ ਆਕਸੀਜਨ ਦੇ ਪੈਸੇ ਹੁਣ ਵੀ 201 ਕਰੋੜ ਰੁਪਏ ਉਹਦੇ 'ਚੋਂ ਦਿੱਤਾ ਹੈ, ਪਰ 200 ਤੋਂ ਕਿਉਂ ਨਹੀਂ ਦਿੱਤਾ ਮੈਂ ਪੁੱਛ ਨਹੀਂ ਸਕਦਾ। ਉਹ RTI 'ਚ ਕਵਰ ਨਹੀਂ ਹੈ, ਉਹ ਬੜਾ ਗੁਪਤ ਫੰਡ ਹੈ। ਐਗਜ਼ੈਕਟਲੀ ਇਸੇ ਦੇ ਵਿੱਚ ਹੀ ਆਕਸੀਜਨ ਦੀ ਗੱਲ ਹੈ ਜਿਹੜੀ ਅਸੀਂ ਵੈਂਟੀਲੇਟਰ ਇਹੋ ਜਿਹੇ ਖਰੀਦਤੇ ਜਿਹੜੇ ਆਕਸੀਜਨ ਦੀ ਮੈਜਰਮੈਂਟ ਤਾਂ ਕਰਦੀ ਨਹੀਂ, ਉਹ ਆਕਸੀਜਨ ਵੇਸਟ ਜਾਈ ਜਾਊਗੀ, ਖਰਾਬ ਜਾਈ ਜਾਊ, ਮਰੀਜ਼ ਨੂੰ ਮਾਰ ਦੂਗਾ। ਉਹ ਵੈਂਟੀਲੇਟਰਸ ਖਰੀਦੇ, ਜਦ ਕਿ ਡਾਕਟਰਾਂ ਨੇ, ਜਿਹੜੇ ਤੁਸੀਂ ਕਹਿੰਦੇ ਕਿਤੇ ਡਾਕਟਰ ਸੱਚ ਵੀ ਬੋਲਦੇ ਨੇ, ਉਹਨਾਂ ਨੇ ਕਿਹਾ ਵੀ ਮਾੜੇ ਨੇ, ਇਹ ਆਕਸੀਜਨ ਨਹੀਂ ਮੇਜਰ ਕਰਦੇ। ਇਹਨਾਂ 'ਚੋਂ ਜੋ ਤੁਸੀਂ ਕਿਹਾ ਹਿਊਮਿਡਿਟੀ ਨਹੀਂ ਹੈ, ਹਿਊਮਿਡੀਫਾਇਰ ਨਹੀਂ ਹੈ, ਨਾ ਫਲੋਮੀਟਰ ਹੈ ਨਾ ਹਿਊਮਿਡੀਫਾਇਰ ਹੈ। ਤੁਸੀਂ ਫਲੋਮੀਟਰ ਤੋਂ ਤੁਹਾਨੂੰ, ਮੈਂ ਐਨਸਥੀਸੀਆ ਡਿਪਾਰਟਮੈਂਟ 'ਚ ਰਿਹਾ 4 ਸਾਲ, ਮੈਂ ਇਹ ਵੈਂਟੀਲੇਟਰ ਚਲਾਉਂਦਾ ਰਿਹਾ। ਬਰਡਸ ਵੈਂਟੀਲੇਟਰ ਹੁੰਦਾ ਸੀ ਤੇ 1978 'ਚ ਮਿਡ 70s। ਤੇ ਉਹਦੇ ਵਿੱਚ ਕੀ ਹੈ, ਜੇ ਫਲੋਮੀਟਰ ਕੰਮ ਹੀ ਨਹੀਂ ਕਰਦਾ, ਤੁਸੀਂ ਕਿਵੇਂ ਦੱਸੋਗੇ? ਜ਼ਿਆਦਾ ਆਕਸੀਜਨ ਨਾਲ ਵੀ ਬੰਦਾ ਮਰ ਜਾਂਦਾ ਹੈ, ਇਹਨਾਂ ਨੂੰ ਪਤਾ ਹੀ ਨਹੀਂ। ਅੱਛਾ ਡਾਕਟਰ ਸਾਹਿਬ, ਤੁਸੀਂ ਏਡੇ ਵੱਡੇ ਡਾਕਟਰ ਹੋ, ਮੇਰੇ ਦਾਦਾ ਜੀ ਤੇ ਵਿਚਾਰੇ ਬਿਲਕੁਲ ਉਹਨਾਂ ਨੂੰ ਤੇ ਪੱਟੀ ਨਾ ਕਰਨੀ ਆਵੇ, ਸਿਆਣੇ ਏਡੇ ਸੀ, ਜਿੱਡੇ ਵੱਡੇ ਉਹ ਡਾਕਟਰ ਮੈਂ ਦੇਖੇ ਹੋਇਆ, ਉਹਨਾਂ ਨੇ ਸਾਨੂੰ ਇੱਕ ਗੱਲ ਸਮਝਾਈ ਸੀ ਕਿ ਜੀ ਜਿੰਨਾ ਪੈਸਾ ਪਾਓਗੇ ਉਹਨਾਂ ਮਿਠਾ ਹੋਵੇਗਾ। ਬਿਲਕੁਲ ਠੀਕ ਹੈ, ਜਿੰਨਾ ਗੁੜ ਵਾਲਾ ਮਿੱਠਾ। ਇਹ ਕਿੰਨਾ ਪੈਸਾ ਅਸੀਂ ਪਾਉਂਦੇ ਆ ਹੈਲਥ ਦੇ ਵਿੱਚ ਸਾਰੇ GDP ਦਾ, ਤੇ ਕਿੰਨਾ ਘੱਟੋ ਘੱਟ ਪਾਣਾ ਚਾਹੀਦਾ ਹੈ? ਮੁਸ਼ਕਿਲ ਨਾਲ 1%, ਤੇ ਘੱਟੋ ਘੱਟ ਹੋਣਾ ਚਾਹੀਦਾ GDP ਦਾ 5% ਤਾਂ ਜ਼ਰੂਰ ਹੋਣਾ ਚਾਹੀਦਾ। ਤੇ ਵਾਅਦਾ ਅਸੀਂ ਇਹ ਕੀਤਾ ਹੋਇਆ ਹੈ ਵੀ ਸਨ 2025 ਤੱਕ ਅਸੀਂ 2.5% ਕਰ ਦਿਆਂਗੇ। ਵਾਅਦਾ ਤੇ ਇਹ ਹੈ ਨਾ, ਜਦੋਂ ਆਯੁਸ਼ਮਾਨ ਭਾਰਤ ਲਿਆਂਦਾ ਸੀ ਤੇ ਅਰੁਣ ਜੇਤਲੇ ਜੀ ਬੋਲ ਰਹੇ ਸੀ
ਤੇ ਵਾਅਦਾ ਇਹ ਸੀਗਾ ਵੀ ਸਨ 2025 ਤੱਕ ਅਸੀਂ 2.5% ਕਰ ਦਿਆਂਗੇ। ਤੇ ਇਹ ਜਿਹੜਾ ਹੁਣ ਇਹਨਾਂ ਨੇ ਕਵਰ ਵੀ ਕੀਤਾ, ਮੰਨ ਲਓ ਕਿ ਹਸਪੀਟਲਾਈਜੇਸ਼ਨ ਦੇ ਖਰਚੇ ਕਵਰ ਨੇ, 5 ਲੱਖ ਰੁਪਏ ਦੀ ਸਕੀਮ ਚਲਾ ਦਿੱਤੀ ਇੰਸ਼ੋਰੈਂਸ ਦੀ, ਉਹ ਵੀ ਤਾਂ ਮਿਲਨੇ ਨੇ ਜੇ ਤੁਸੀਂ ਹਸਪਤਾਲ 'ਚ ਭਰਤੀ ਹੋ ਜਾਵੋ। ਤੇ ਲੋਕਾਂ ਦਾ ਸਭ ਤੋਂ ਜ਼ਿਆਦਾ ਖਰਚਾ ਸਿਹਤ ਤੇ ਜਿਹੜਾ ਹੁੰਦਾ, ਆਊਟ ਆਫ ਪਾਕਟ ਐਕਸਪੈਂਸ ਜਿਹੜਾ ਜੇਬ 'ਚ ਜਾਂਦਾ, ਉਹ OPD ਦੇ ਖਰਚੇ ਜਾਂਦੇ, ਉਹ ਹਸਪਤਾਲ 'ਚ ਦਾਖਲ ਹੁੰਦੇ ਹੀ ਨਹੀਂ। ਸੋ ਜਾਂ ਤੇ ਬਾਪੂ ਤੁਹਾਡਾ ਹੋਵੇ ਐਡਾ ਬਿਮਾਰ ਹੋਵੇ ਹਸਪਤਾਲ ਦਾਖਲ ਹੋਵੇ ਤਾਂ ਸਰਕਾਰੀ ਮਦਦ ਮਿਲੇਗੀ। ਜੇ ਬਾਪੂ ਰੋਜ਼ ਰੇਡ ਖੇਡ ਕੇ OPD 'ਚ ਜਾ ਕੇ ਟੈਸਟ ਕਰਾ ਕੇ ਖਰਚੇ ਕਰਾਉਂਦਾ ਰਹੇ, ਦਵਾਈਆਂ ਖਾ ਬਜ਼ੁਰਗ ਹੁੰਦਾ ਰਵੇ, ਮਰਦਾ ਰਵੇ, ਤੇ ਸਰਕਾਰ ਪੈਸੇ ਨਹੀਂ ਦੇਵੇਗੀ। ਇਹ ਸਾਡੀ ਸਰਕਾਰੀ ਪਾਲਿਸੀ ਹੈ, ਬਿਲਕੁਲ ਦੈਟ ਇਜ਼ ਦਾ ਗਵਰਨਮੈਂਟ ਪਾਲਿਸੀ। ਬਿਲਕੁਲ। ਤੇ ਅਜੇ ਵਿੱਚ ਬਿਫੋਰ ਕੋਵਿਡ ਔਰ ਇਸ ਪਾਲਿਸੀ ਦੀ ਅਸੀਂ ਬੜੀ ਤਾਰੀਫ ਕਰ ਰਹੇ ਹਾਂ। ਔਰ ਮੈਨੂੰ ਇੱਕ ਹੋਰ ਪ੍ਰੋਬਲਮ ਹੈ ਇਹਦੇ ਵਿੱਚ, ਜੀ ਉਹ ਇਹ ਹੈ ਕਿ ਜਿਹੜੀ ਪਾਲਿਸੀ, ਠੀਕ ਹੈ, ਅਸੀਂ ਹਮੇਸ਼ਾ ਮੰਨ ਕੇ ਚੱਲੇ ਹਾਂ ਕਿ ਸਾਡੀ ਪਾਲਿਸੀ ਬੜੀ ਅੱਛੀ ਹੁੰਦੀ ਹੈ, ਇੰਪਲੀਮੈਂਟੇਸ਼ਨ ਬੜੀ ਪੂਅਰ ਹੁੰਦੀ ਹੈ। ਪਰ ਜੇ ਮੈਂ ਅੱਜ ਮੁੜ ਕੇ ਦੇਖਾਂ ਜਿੰਨੀਆਂ ਪਾਲਿਸੀਜ਼, ਠੀਕ ਹੈ, ਹਿਊਮਨ ਲੈਵਲ ਤੇ ਸਾਨੂੰ ਕੰਪਰੋਮਾਈਜ਼ ਕਰ ਲੈਣੀਆਂ ਚਾਹੀਦੀਆਂ, ਅਸੀਂ ਨਹੀਂ ਕਰਦੇ। ਠੀਕ ਹੈ, ਲਾਈਕ ਇਹ ਐਗਜ਼ਾਮਪਲ ਕਿ ਆਕਸੀਜਨ ਦੀ ਐਗਜ਼ਾਮਪਲ ਹੈ ਇਹ ਹੁਣੇ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਪੈਸੇ ਜਿਹੜੇ ਹੈ ਬਿਲਕੁਲ ਕਿੰਨੇ ਲਗਾਉਣੇ ਚਾਹੀਦੇ ਹਨ। ਇਹ ਸਾਰੀਆਂ ਚੀਜ਼ਾਂ ਅਸੀਂ ਪਾਲਿਸੀ ਦੇ ਹਿਸਾਬ ਨਾਲ ਚੱਲ ਰਹੇ ਹਾਂ, ਹੈ ਨਾ, ਇੰਨਾ ਹੀ ਚਾਹੀਦਾ ਹੈ, ਇੰਨਾ ਹੀ ਕਰਨਾ ਹੈ ਨਾ। ਪਰ ਇਹ ਪਾਲਿਸੀਜ਼ ਉਦੋਂ ਕਿੱਥੇ ਜਾਂਦੀਆਂ ਜਦੋਂ ਅਸੀਂ ਕਹਿੰਦੇ ਹਾਂ ਇੰਨਾ ਕਰਨਾ ਹੈ, ਹਾਂ ਐਨੇ ਇਨਸੈਂਟਿਵ ਦੇਣੇ ਆ ਅਸੀਂ ਹੈ ਨਾ, ਜਾਂ ਫਿਰ ਸਾਨੂੰ ਪਤਾ ਹੈ 5 ਲੱਖ ਕਰੋੜ ਦੇ ਅਸੀਂ ਇਨਸੈਂਟਿਵ ਦੇ ਦੇਣੇ ਨੇ। ਹਾਂ, ਸਾਨੂੰ ਪਤਾ ਹੈ ਕਿ ਸਾਡੇ ਕੋਲ ਆਕਸੀਜਨ ਨਹੀਂ ਹੈ, ਪਰ ਸਾਨੂੰ ਆਕਸੀਜਨ ਚਾਹੀਦੀ ਹੈ, ਠੀਕ ਹੈ, ਉਦੋਂ ਸਾਡੇ ਇਹ ਪਾਲਿਸੀਜ਼ ਕਿੱਥੇ ਜਾਂਦੀਆਂ? ਫਿਰ ਪੈਸਾ ਆ ਜਾਂਦਾ। ਇਟਸ ਅ ਕੁਐਸਚਨ ਆਫ ਪ੍ਰਾਇੋਰਟੀਜ਼। ਹਾਂ, ਇਟ ਇਜ਼ ਓਨਲੀ ਪ੍ਰਾਇੋਰਟੀਜ਼ ਜਿੱਥੇ ਸਾਨੂੰ ਸੂਟ ਕਰਦਾ ਹੈ। ਜੇ ਤੁਹਾਡੀ ਇਹ ਫੈਸਲਾ, ਸੋ ਇਹ ਪੋਲੀਟੀਕਲ ਫੈਸਲਾ ਹੈ, ਮੈਂ ਲੋਕਾਂ ਦੀ ਸਿਹਤ ਲਈ ਪੈਸਾ ਖਰਚਾਂਗਾ ਕਿ ਨਹੀਂ ਖਰਚਾਂਗਾ। ਬਸ ਬੇਸਿਕਲੀ ਗੱਲ ਤਾਂ ਇੱਥੇ ਹੈ, ਠੀਕ ਹੈ। ਪ੍ਰੋਬਲਮ ਇਹ ਹੈ ਕਿ ਪਾਲਿਸੀਜ਼ ਤੇ ਹੈਗੀਆਂ, ਠੀਕ ਹੈ, ਪਰ ਪਾਲਿਸੀਜ਼ ਨੂੰ ਅਸੀਂ ਕਿੰਨਾ ਕੁ ਕਿੱਥੇ ਲਿਜਾਣਾ ਹੈ ਉਹ ਅਸੀਂ ਬਿਲਕੁਲ ਖੁੱਲਾ ਛੱਡਿਆ ਹੋਇਆ। ਇੱਕ ਚੋਰ ਹਰਿਆਣਿਓਂ ਚੁੱਕ ਕੇ ਚੋਰੀ ਕਰਕੇ ਤੇ ਲੈ ਗਿਆ ਅਲਮਾਰੀ ਚੋਂ ਖੋਲ ਕੇ ਦਵਾਈਆਂ ਤੇ ਉਹਨੂੰ ਪਤਾ ਲੱਗਾ ਵੀ ਇਹਦੇ 'ਚ ਤਾਂ ਵੈਕਸੀਨ ਹੈਗੇ ਨੇ ਕੋਰੋਨਾ ਦੇ, ਕੋਵਿਡ ਦੇ। ਉਹ ਕਿਸੇ ਚਾਹ ਦੀ ਦੁਕਾਨ ਦੇ ਉੱਤੇ ਪਰਚੀ ਲਿਖ ਕੇ ਛੱਡ ਗਿਆ ਕਿ ਮੈਨੂੰ ਪਤਾ ਨਹੀਂ ਸੀ ਜੀ ਕੋਵਿਡ ਦੇ ਟੀਕੇ ਹੈਗੇ ਨੇ, ਮੈਂ ਇੱਥੇ ਛੱਡ ਚੱਲਿਆ। ਟੀਕੇ ਤਾਂ ਬਰਬਾਦ ਗਏ, ਪਰ ਮੈਂ ਸੋਚਦਾ ਚੋਰ ਦੀ ਇੱਕ ਪਾਲਿਸੀ ਤੇ ਹੈ ਨਾ, ਉਹਦੇ 'ਚ ਕੋਈ ਇਨਸਾਨੀਅਤ ਹੈ। ਉਹਨੂੰ ਲੱਗਾ ਹੈ ਕੋਵਿਡ ਦੇ ਨੇ ਵੈਕਸੀਨ, ਇਹ ਤਾਂ ਬਹੁਤ ਗਲਤ ਗੱਲ ਹੋ ਗਈ ਹੈ, ਮੈਂ ਵਾਪਸ ਛੱਡ ਆਵਾਂ। ਜੇ ਇੰਨੀ ਕੁ ਵੀ ਸਰਕਾਰ ਹੋ ਜਾਂਦੀ ਵੀ ਜਿਹੜੀ ਲੁੱਟ ਮਚਾਈ ਹੋਈ ਹੈ ਇਹ ਸਿਹਤ ਦੇ ਵਿੱਚ, ਯਾਰ ਸਾਨੂੰ ਜਿਉਣ ਜੋਗੇ ਤਾਂ ਰਹਿਣ ਦਿੰਦੇ। ਜਿਹੜਾ ਪੈਸਾ ਉਹ ਸਿਹਤ ਦੇ ਵਿੱਚ ਨਹੀਂ ਲਾ ਰਹੇ, ਉਹਦੇ ਨਾਲ ਹੋ ਕੀ ਰਿਹਾ? 1 ਮਿਲੀਅਨ ਡਾਕਟਰ ਟੋਟਲ ਹਿੰਦੁਸਤਾਨ ਦੇ ਕੋਲ ਹੈਗਾ, 10 ਲੱਖ ਦੇ ਆਸ-ਪਾਸ, ਤੇ 130 ਕਰੋੜ 140 ਕਰੋੜ ਲੋਕਾਂ ਲਈ, ਤੇ ਇਹਦੇ ਚੋਂ ਲੱਖ ਪਲੱਸ ਸਰਕਾਰੀ ਹਸਪਤਾਲਾਂ ਦੇ ਵਿੱਚ, 10% ਜਿਹੜੇ ਨੇ ਤੇ 90% ਪ੍ਰਾਈਵੇਟ ਸੈਕਟਰ ਨੇ। ਹਿੰਦੁਸਤਾਨ ਦੁਨੀਆ ਦਾ ਸਭ ਤੋਂ ਜ਼ਿਆਦਾ ਪ੍ਰਾਈਵੇਟਾਈਜ਼ਡ ਹੈਲਥ ਕੇਅਰ ਵਾਲਾ ਮੁਲਕ ਬਣਦਾ ਜਾ ਰਿਹਾ। ਇਸ ਵੇਲੇ ਅਸੀਂ 5ਵੇਂ ਨੰਬਰ ਤੇ ਆ ਪੂਰੀ ਦੁਨੀਆ ਦੇ ਵਿੱਚ, ਸਭ ਤੋਂ ਜ਼ਿਆਦਾ ਪ੍ਰਾਈਵੇਟਾਈਜ਼ਡ ਮੁਲਕ, ਜਿਹਦੇ ਜਿਹਦਾ ਮਤਲਬ ਹੁੰਦਾ ਵੀ ਲੋਕਾਂ ਦੀ ਜੇਬ ਚੋਂ ਸਭ ਤੋਂ ਜ਼ਿਆਦਾ ਪੈਸੇ ਜਾਂਦੇ ਨੇ। ਰੈਗੂਲੇਸ਼ਨਸ ਫॉर ਪ੍ਰਾਈਵੇਟ ਸੈਕਟਰ। ਹਾਂਜੀ, ਪਰ ਪ੍ਰਾਈਵੇਟ ਸੈਕਟਰ ਦੀ ਸਾਡੇ ਕੋਲ ਕੋਈ ਰੈਗੂਲੇਸ਼ਨ ਨਹੀਂ ਹੈ ਪ੍ਰਾਈਵੇਟ ਸੈਕਟਰ ਦਾ। ਸਭ ਤੋਂ ਵੱਡੇ ਬੰਦੇ ਜਾ ਰਹੇ, ਹੁਣ ਸੋਚ ਲਓ ਹਾਲਤ ਕੀ ਹੋ ਰਹੀ ਹੈ। ਮੇਰੀ ਜਵਾਨੀ 'ਚ ਸਟਾਰਟ ਹੋਇਆ ਸੀ ਗੱਲਬਾਤ, ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਬਣਾਉਣਾ ਸੀ। ਹਸਪਤਾਲ ਬਾਹਰ ਰੇਟ ਲਿਖੇਗਾ ਦਵਾਈ ਦਾ ਕਿੰਨਾ ਰੇਟ ਹੈ, ਤੇ ਅਜੇ ਨਹੀਂ ਹੋਇਆ। ਨਹੀਂ, ਕਲੀਨਿਕਲ ਐਸਟੈਬਲਿਸ਼ਮੈਂਟ ਐਕਟ 2011 ਦਾ ਬਣਿਆ ਹੋਇਆ, ਪਰ ਲਾਗੂ ਨਹੀਂ ਕਰਿਆ, ਲਾਗੂ ਨਹੀਂ ਕੀਤਾ। ਬਿਲਕੁਲ ਨਹੀਂ, ਟੈਕਨੀਕਲੀ ਲਾਗੂ ਕਰਤਾ ਪਰ ਪ੍ਰੈਕਟੀਕਲੀ ਨਹੀਂ ਕਰਿਆ। ਉਹ ਜਦ ਬਾਹਰ ਲਿਸਟ ਲੱਗੀ ਹੋਏਗੀ ਤੇ ਹਾਂ, ਮੈਂ ਤੁਹਾਡੇ ਪੈਸਿਆਂ ਤੇ ਆਉਣਾ ਜੀ। 1300 ਰੁਪਏ ਪਰ ਹੈਡ ਦਾ ਬਜਟ ਹੈ ਸਾਰਾ ਟੋਟਲ ਹੈਲਥ ਦਾ ਪੰਜਾਬ ਦਾ। ਕੇਂਦਰ ਦਾ ਜਿਹੜਾ ਉਹ ਤਕਰੀਬਨ 400 ਰੁਪਏ ਪਰ ਹੈਡ ਦਾ ਬਜਟ ਹੈ, 450 ਰੁਪਏ ਪਰ ਹੈਡ। ਤੇ 1300 ਤੇ 400 ਪਏ ਪਾ ਦਈਏ, 1700 ਰੁਪਇਆ ਇੱਕ ਸਾਲ 'ਚ ਇੱਕ ਬੰਦੇ ਤੇ ਖਰਚਣਾ ਸਰਕਾਰ ਨੇ ਸਿਹਤ ਤੇ। ਤੇ 1700 ਰੁਪਏ 'ਚ ਜਿਹੜੀ ਡੋਲੋ ਦੀ ਗੋਲੀ ਹੈ ਉਹ 30 ਰੁਪਏ ਦਾ ਇੱਕ ਪੱਤਾ ਹੈ। ਤੁਸੀਂ ਕੀ ਕਰੋਗੇ? ਜਿਹੜਾ ਤੁਸੀਂ ਇਸ ਕਰਕੇ ਸਾਡੀ ਪਹਿਲਾਂ ਤਾਂ ਬਜਟਿੰਗ ਨਹੀਂ ਕਰਨੀ ਹੈਲਥ ਵਾਸਤੇ, ਜਿਹੜੀ ਕਰਨੀ ਆ ਉਹ 'ਚ ਕਹਾਂ ਚੋਰੀ ਜਿੰਨੀ ਹੁੰਦੀ ਉਹਦਾ ਹਿਸਾਬ ਨਹੀਂ ਹੈ। ਆ ਸਾਡੇ ਇੱਥੇ ਪੰਜਾਬ ਦੇ ਹੈਲਥ ਮਿਨਿਸਟਰ ਕਹਿੰਦੇ ਅਸੀਂ 1000 ਕਰੋੜ ਰੁਪਇਆ, ਤੁਸੀਂ ਲੋਕ ਤਾਂ ਕਹਿੰਦੇ ਖਰਚਿਆ ਨਹੀਂ। ਇਹ ਕਹਿੰਦੇ ਕੱਲ ਬਿਆਨ ਹੈ ਇਹਨਾਂ ਦਾ ਪਰਸੋਂ ਕਿ ਅਸੀਂ 1000 ਕਰੋੜ ਰੁਪਇਆ ਪੰਜਾਬ 'ਚ ਪਿਛਲੇ ਸਾਲ 'ਚ ਇਨਫਰਾਸਟ੍ਰਕਚਰ ਦਾ ਖਰਚਿਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੁੱਛਣਾ ਚਾਹਣਾ ਉਸ ਹੈਲਥ ਮਿਨਿਸਟਰ ਨੂੰ, ਪੰਜਾਬ ਦੇ ਨੂੰ, ਵੀ ਉਹ ਦੱਸ ਤਾਂ ਦਿਓ ਕਿੱਥੇ ਕਿੱਥੇ ਖਰਚਿਆ ਹੈ, ਉਹਦਾ ਕਰਿਆ ਕੀ ਹੈ। ਹੈਲਥ ਸਟੇਟ ਸਬਜੈਕਟ ਹੈ। ਹਾਂ, ਵੀ ਇਹ ਸ਼ੈਡਿਊਲ 7 ਦੇ ਵਿੱਚ ਹੈ, ਹੈਲਥ ਸਟੇਟ ਸਬਜੈਕਟ ਹੈ, ਸੂਬੇ ਦੀ ਜ਼ਿੰਮੇਵਾਰੀ ਹੈ। ਵੀ ਤੁਸੀਂ ਉੱਥੇ ਕਰਿਆ ਕੀ ਹੈ ਇਹ ਤਾਂ ਦੱਸ ਦਿਓ। ਜੇ ਉਹ ਖਾਦਾ ਹੀ ਗਿਆ ਫਿਰ ਤੁਸੀਂ ਕੀ ਕਰੋਗੇ? ਡਿਬੇਟ ਮੈਂ ਇਹਦੇ ਤੇ ਹੋਣੀ ਚਾਹੀਦੀ ਸੀ ਵੀ ਹੈਲਥ ਫੰਡਾਮੈਂਟਲ ਰਾਈਟ ਹੋਣੀ ਚਾਹੀਦੀ ਕਿ ਨਹੀਂ, ਪਰ ਮੈਨੂੰ ਲੱਗਦਾ ਅਜੇ ਲੋਕਾਂ ਨੂੰ ਸਾਹ ਨਹੀਂ ਆ ਰਿਹਾ। ਉਹ ਗੱਲ ਫਿਰ ਹੁਣ ਮੈਂ ਦੂਜੀ ਗੱਲ ਛੋਟੀ ਜਿਹੀ ਕਹਾਂਗਾ ਇੱਕ, ਉਹ ਇਹ ਹੈ ਕਿ ਤੁਸੀਂ ਜਿੰਨਾ ਕੁਛ ਜਿਹੜੀ ਜੇ ਆਪਾਂ ਕੋਵਿਡ ਨੂੰ, ਕਿਉਂਕਿ ਸਾਰੀਆਂ ਸਿਚੁਏਸ਼ਨ ਕੋਵਿਡ ਦੇ ਆਲੇ ਘੁੰਮੇ ਹੋਈਆਂ ਨੇ ਜੀ, ਫਿਰ ਆਪਾਂ ਉਹਨਾਂ ਡਿਜ਼ਾਸਟਰ ਮੈਨੇਜਮੈਂਟ ਸਾਰੀ ਕਰ ਬਿਲਕੁਲ। ਕੋਵਿਡ ਨੂੰ ਤੁਹਾਨੂੰ ਦਸਤਖਤ ਹੋ ਗਈ, ਤੁਸੀਂ ਬੋਦਰ ਨਹੀਂ ਕਰਿਆ, ਤੁਸੀਂ ਸਭ ਕੁਝ ਜੋ ਕਹਿਣਾ ਸੀ ਕਹੀ ਗਏ,
ਤੁਸੀਂ ਘੱਟੋ ਘੱਟ ਕੋਵਿਡ ਨੂੰ ਨਾ ਇਕੱਲੇ ਡਾਕਟਰ ਹੈਂਡਲ ਕਰ ਸਕਦੇ ਨੇ, ਨਾ ਇਕੱਲੀ ਪੁਲਿਸ ਹੈਂਡਲ ਕਰ ਸਕਦੀ ਹੈ, ਨਾ ਐਡਮਿਨਿਸਟ੍ਰੇਸ਼ਨ ਕਰ ਸਕਦੀ ਹੈ, ਨਾ ਡਰੱਗ ਕੰਟਰੋਲਰ ਕਰ ਸਕਦਾ, ਸਾਰਿਆਂ ਨੂੰ ਰਲ ਕੇ ਕਰਨਾ ਪਊਗਾ। ਤੁਸੀਂ ਡਰੱਗ ਕੰਟਰੋਲਰ ਨੇ ਇਹਦਾ ਕੰਟਰੋਲ ਨਹੀਂ ਕਰਨ ਦੀ ਕੋਸ਼ਿਸ਼ ਕਰੀ ਵੀ ਦਵਾਈਆਂ ਦਾ ਕੀ ਕੰਟਰੋਲ ਹੋ, ਕਿਵੇਂ ਹੋ, ਕਿੰਨੀ ਪ੍ਰੋਡਕਸ਼ਨ ਹੋ, ਕਿੱਥੇ ਜਾਊਗਾ, ਕਿਵੇਂ ਹੋਊਗਾ। ਕੈਮੀਕਲ ਐਂਡ ਫਰਟੀਲਾਈਜ਼ਰ ਮਿਨਿਸਟਰੀ ਦੇ ਅੰਡਰ ਹੈ ਉਹ, ਉਹਨਾਂ ਨੇ ਕੋਈ ਢਿੱਲੇ ਦਾ ਕੰਮ ਕਰਿਆ ਹੋਇਆ 10 ਦਿਨ, ਅਸੀਂ ਉਹਨੂੰ ਪੁਲਿਸ ਦਾ ਮਾਮਲਾ ਬਣਾਤਾ। ਮਾਸਕ ਨਹੀਂ ਫੜ ਕੇ ਅੰਦਰ ਕਰ ਦੋ, ਭਾਵੇਂ ਨਾ ਬੰਨੀਏ, ਕੁੱਟੋ ਫੜ ਕੇ ਬੰਦੇ ਨੂੰ। ਇੱਕ ਕਪਲ ਜਾ ਰਿਹਾ ਜਿਹੜਾ ਘਰੇ ਤਾਂ ਰੋਜ਼ ਇਕੱਠਾ ਰਹਿੰਦਾ ਹੈ, ਜੇ ਉਹ ਕਾਰ 'ਚ ਇਕੱਠਾ ਹੈ ਮਾਸਕ ਨਹੀਂ ਬੰਨਿਆ ਉਹਨੂੰ ਕੁੱਟੋ। ਅਮਰੀਕਾ 'ਚ ਬੜੇ ਲੋਕਾਂ ਨੇ ਕਿਹਾ ਸੀ ਮਾਸਕ ਨਹੀਂ ਪਾਵਾਂਗੇ, ਉਹ ਭਾਊ ਆਪਣਾ ਕਹਿੰਦਾ ਹੁੰਦਾ ਸੀਗਾ ਜਿਹੜਾ ਵਾਈਟ ਹਾਊਸ ਵਾਲਾ, ਆਪ ਹੀ ਕਹਿੰਦਾ ਟਰੰਪ ਵੀ ਮੈਂ ਨਹੀਂ ਮਾਸਕ ਪਾਣਾ। ਇੱਕ ਉਧਰੋਂ ਨਹੀਂ ਕਦੀ ਫੋਟੋ ਆਈਆਂ ਵੀ ਫੜ ਕੇ ਗੋਰਿਆਂ ਦੀ ਪੁਲਿਸ ਗੋਰਿਆਂ ਨੂੰ ਕੁੱਟ ਰਹੀ ਹੈ ਫੜ ਕੇ ਵੀ ਤੁਸੀਂ ਮਾਸਕ ਨਹੀਂ ਪਾਏ। ਸਾਨੂੰ ਹੀ ਕੁੱਟਣ ਦਾ ਮਤਲਬ ਇੱਕ ਕਾਨੂੰਨ ਬਣਿਆ ਹੋਇਆ। ਮੈਂ ਉਹੀ ਤਾਂ ਕਹਿ ਰਹੀ ਹਾਂ ਨਾ, ਟੈਰਰ ਦਾ ਵੈਪਨ ਬਣਾਇਆ ਕਰੋਨਾ ਨੂੰ, ਅਸੀਂ ਟੈਰਰ ਦਾ ਡਿਸਕ੍ਰਿਮੀਨੇਸ਼ਨ ਦਾ ਵੈਪਨ ਬਣਾਇਆ ਤੇ ਡਿਪਰਾਈਵਡ ਨੂੰ ਹੋਰ ਡਿਪਰਾਈਵ ਕਰਨ ਦਾ ਵੈਪਨ ਬਣਾਇਆ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਇਹ ਕਹਿ ਰਹੇ ਸੀਗੇ ਵੀ ਜੇ ਆਕਸੀਜਨ ਹੋਏਗੀ ਤੇ ਬੰਦਾ ਵੀ ਤੇ ਹੋਣਾ ਚਾਹੀਦਾ ਨਾ। ਇਹ WHO ਦੀ ਰਿਪੋਰਟ ਮੇਰੇ ਸਾਹਮਣੇ ਪਈ ਹੈ, ਉਹ ਕਹਿੰਦਾ ਵੀ ਜਿਹੜਾ ਰੂਰਲ ਇੰਡੀਆ ਦੇ ਵਿੱਚ 5 ਦੇ ਵਿੱਚੋਂ ਇੱਕ ਡਾਕਟਰ ਸਿਰਫ ਕੁਆਲੀਫਾਈਡ ਹੈ ਦਵਾਈ ਮੈਨੂੰ ਦੇਣ ਲਈ। 31.4% ਐਲੋਪੈਥਿਕ ਡਾਕਟਰ ਜਿਹੜੇ ਨੇ, ਕਿਵੇਂ ਪਤਾ ਨਹੀਂ ਕਿਵੇਂ ਲਿਖਿਆ ਉਹਨੂੰ ਐਲੋਪੈਥਿਕ ਡਾਕਟਰ, ਉਹ 12ਵੀਂ ਕਲਾਸ ਤੱਕ ਨਹੀਂ ਪੜ੍ਹੇ ਹੋਏ। 57.3% ਡਾਕਟਰਸ ਕੋਲ ਮੈਡੀਕਲ ਕੁਆਲੀਫਿਕੇਸ਼ਨ ਨਹੀਂ ਹੈਗੀ, ਇੰਨੇ ਸੈਲਫ ਸਟਾਈਲਡ ਡਾਕਟਰ ਨੇ ਬਿਨਾਂ ਫਾਰਮਲ ਟ੍ਰੇਨਿੰਗ ਤੋਂ। ਇਹ 75% ਜਿਹੜੀਆਂ ਪ੍ਰਾਇਮਰੀ ਕੇਅਰ ਵਿਜ਼ਿਟਸ ਆ ਉਹ ਤਾਂ ਇਹੀ ਭੁਗਤਾ ਦਿੰਦੇ ਨੇ। ਸ਼ੈਲਾ ਜੀ ਚੰਦਰਾ, ਇਹ ਫਾਰਮਰਲੀ ਚੀਫ ਸੈਕਟਰੀ ਰਹੇ ਨੇ ਦਿੱਲੀ ਦੇ, ਇਹਨਾਂ ਦੀ ਰਿਪੋਰਟ ਹੈ ਅਨਕੁਆਲੀਫਾਈਡ ਮੈਡੀਕਲ ਪ੍ਰੈਕਟੀਸ਼ਨਰਸ ਤੋਂ ਬੜੀ ਰਿਸਪੈਕਟਡ ਰਿਪੋਰਟ ਹੈ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ 52% ਡਾਕਟਰ ਅਰਬਨ ਏਰੀਆਜ਼ ਦੇ ਵਿੱਚ ਨੇ ਸਿਰਫ ਜਿਨ੍ਹਾਂ ਕੋਲ ਡਿਗਰੀ ਹੈ ਮੈਡੀਕਲ ਦੀ, ਤੇ 19% ਡਾਕਟਰ ਪਿੰਡਾਂ ਦੇ ਨੇ ਜਿਨ੍ਹਾਂ ਕੋਲ ਸੱਚਮੁੱਚ ਡਾਕਟਰੀ ਕਰਨ ਦੀ ਡਿਗਰੀ ਹੈ। ਤੇ ਜੇ ਇਹ ਲੋਕ ਬੈਠੇ ਨੇ ਤੇ ਸਰਕਾਰ ਨੂੰ ਪਤਾ ਹੈ ਤੇ ਰਿਪੋਰਟਾਂ ਆਈਆਂ ਨੇ ਤੇ ਤੁਹਾਡੇ ਅਫਸਰਾਂ ਨੇ ਇਹ ਸਰਵੇ ਕੀਤੇ ਹੋਏ ਨੇ, ਤਾਂ ਉਸ ਤੋਂ ਬਾਅਦ ਇਹਦਾ ਮਤਲਬ ਹੈ ਤੁਸੀਂ ਸਾਡੀ ਮੌਤ ਦੇ ਇੰਤਜ਼ਾਮ ਕੀਤੇ ਹੋਏ ਨੇ। ਤੇ ਜਦੋਂ ਅਸੀਂ ਹਸਪਤਾਲਾਂ ਜਾਵਾਂਗੇ ਸਾਡੇ ਨਾਲ ਇਹੀ ਹੋਏਗੀ ਤੇ ਅਸੀਂ ਬਾਹਰ ਭੱਜੇ ਫਿਰਾਂਗੇ। ਤਾਂ ਹੀ ਖਬਰਾਂ ਆਉਂਦੀਆਂ ਕਿਤੇ ਕੰਪਾਊਂਡਰ ਟੀਕਾ ਲਾ ਰਿਹਾ, ਕਿਤੇ ਹਸਪਤਾਲ ਦਾ ਸਫਾਈ ਸੇਵਕ ਜਿਹੜਾ ਉਹ ਲੈ ਰਿਹਾ ਲੇਰੀਓਫਰੈਂਜੀਅਲ ਟੈਸਟ ਲੈ ਰਿਹਾ, ਸਵੈਬ ਲੈ ਰਿਹਾ ਤੁਹਾਡੇ। ਮੈਂ ਇਹਦੇ 'ਚ ਇੱਕ ਹੋਰ ਐਡ ਕਰਾਂਗਾ, ਇਹ ਰਿਪੋਰਟ ਤਾਂ ਖੈਰ ਉਹਨਾਂ ਨੇ ਤਾਂ ਬੜੀ ਸਟੱਡੀ ਕਰਕੇ ਰੱਖੀ ਹੈ। ਜੇ ਪੰਜਾਬ ਦੀ ਦੇਖਣਾ ਹੋਵੇ, ਜਿਹਨੂੰ ਅਸੀਂ ਕਹਿੰਦੇ ਬੜਾ ਐਡਵਾਂਸਡ ਹੈ, ਜਿਹਦੇ 'ਚ ਬੜੇ ਡਾਕਟਰ ਨੇ, ਵਿਲ ਯੂ ਬਲੀਵ ਵੀ ਇੱਥੇ 90% ਜਿਹੜੇ ਨੇ ਅਨਕੁਆਲੀਫਾਈਡ ਹੈ। ਜੇ ਇਹ ਸਟੈਂਡਰਡ ਲੈਣਾ ਹੋਵੇ, ਜੇ ਸਟੈਂਡਰਡ 90%, ਕਿਉਂਕਿ ਸਰਕਾਰੀ ਸਿਸਟਮ 'ਚ ਹਸਪਤਾਲ ਦੇ ਬਾਹਰੋਂ ਲੰਘਣ ਲੱਗੇ ਵੀ ਡਰ ਲੱਗਣ ਲੱਗ ਜਾਣਾ ਹੁੰਦਾ। ਸਰਕਾਰੀ ਸਿਸਟਮ 'ਚ ਐਲੋਪੈਥੀ 4400 ਡਾਕਟਰ ਹੈ, ਜਿਹੜਾ ਇਹ ਹੈਗੀ ਹੈ ਆਯੁਰਵੇਦ ਜਿਹੜਾ ਕੁਆਲੀਫਾਈਡ ਹੈ ਉਹ 800 ਹੈ, 900, ਤੇ ਹੋਮੋਪੈਥੀ ਦਾ 200-300 ਹੈ। ਇਹਨਾਂ ਚੋਂ ਡਾਕਟਰ ਪਤਾ ਨਹੀਂ ਕਿੰਨੇ ਨੂੰ ਕਹਿਣਾ ਕੁਆਲੀਫਾਈਡ ਨੇ, ਇਹਨੇ ਕੁਆਲੀਫਾਈਡ ਹੈ। ਹਾਂ, ਤੇ ਤੁਸੀਂ ਲਾ ਲਓ ਵੀ 7000 ਕੁਆਲੀਫਾਈਡ ਹੈ, 1.25 ਲੱਖ ਅਨਕੁਆਲੀਫਾਈਡ ਹੈ। ਜੇ 1.25 ਲੱਖ ਤੇ 7000 ਲਾ ਲਈਏ ਤਾਂ 1,32,000 ਹੋ ਗਿਆ। 1.35 ਲਾ ਦਿਓ, 1.35 ਚੋਂ ਜੇ 10 ਕੁਆਲੀਫਾਈਡ ਹੈ ਤਾਂ 90% ਅਨਕੁਆਲੀਫਾਈਡ ਹੋ ਗਏ ਕਿ ਨਾ ਹੋ ਗਏ? 90 ਤੋਂ ਵੀ ਜ਼ਿਆਦਾ। ਇੱਥੇ ਰੁਕ ਜੀ, ਪਹਿਲਾਂ ਹੀ ਸਾਹ ਨਹੀਂ ਆ ਰਿਹਾ, ਉਧਰੋਂ ਆਕਸੀਜਨ ਨਹੀਂ ਮਿਲ ਰਹੀ, ਜੋ ਤੁਸੀਂ ਦੱਸ ਰਹੇ ਹੋ ਉਸ ਤੋਂ ਵੈਸੇ ਹੀ ਮੌਤ ਸਾਹਮਣੇ ਸ਼ੁਕਦੀ ਪਈ ਨਜ਼ਰ ਆਉਂਦੀ ਹੈ। ਪਰ ਇਹ ਗੱਲਾਂ ਕਰਨ ਵਾਲੀਆਂ ਨੇ ਦੋਸਤੋ, ਇੱਕ ਤਾਂ ਇਹ ਹੈ ਕਿ ਹਾਂ ਆਕਸੀਜਨ ਦੀ ਗੱਲ ਕਰਨੀ ਚਾਹੀਦੀ ਹੈ, ਪਰ ਜੇ ਸਿਰਫ ਆਕਸੀਜਨ ਦੀ ਕੀਤੀ ਤੇ ਸਾਹ ਫਿਰ ਵੀ ਨਹੀਂ ਆਉਣਾ। ਇਸ ਕਰਕੇ ਸਾਹ 'ਚ ਸਾਹ ਆਵੇ, ਇਸ ਲਈ ਜ਼ਰੂਰੀ ਹੈ ਬ੍ਰੇਕ ਤੋਂ ਬਾਅਦ ਇਹ ਗੱਲਬਾਤ ਜਾਰੀ ਰੱਖੀਏ। ਵਿਲ ਮੀਟ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦੇ ਹਾਲਾਤ ਨੇ ਹਸਪਤਾਲਾਂ ਦੇ ਵਿੱਚ, ਅੰਦਰ ਹਸਪਤਾਲਾਂ ਦੇ ਗੇਟ ਦੇ ਉੱਤੇ, ਤੇ ਸੱਚੀ ਪੁੱਛੋ ਤੇ ਸਾਡੇ ਤੁਹਾਡੇ ਮਨਾਂ ਦੇ ਵਿੱਚ ਜਿੱਥੇ ਇੱਕ ਡਰ ਵਾਲੀ ਸਪੇਸ ਦੇ ਵਿੱਚ ਅਸੀਂ ਸਭ ਜਿਉ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਮਨਮੀਤ ਕੌਰ ਜੀ PGI ਚੰਡੀਗੜ੍ਹ ਤੋਂ, ਅਤੇ ਡਾਕਟਰ ਪਿਆਰੇ ਲਾਲ ਗਰਗ ਜੀ ਪ੍ਰੋਫੈਸਰ ਵੀ ਨੇ। ਡਾਕਟਰ ਮਨਮੀਤ ਕੌਰ ਜੀ, ਵੈਸੇ ਵਿਸ਼ਵਾਸ ਨਹੀਂ ਆਉਂਦਾ ਫਿਗਰਸ ਪੜ੍ਹ ਕੇ, ਮੈਨੂੰ ਕਈ ਵਾਰੀ ਲੱਗਦਾ ਮੈਂ ਐਨਕ ਨਹੀਂ ਹੈ ਤੇ ਗਲਤ ਨਹੀਂ ਪੜ੍ਹਨ ਲੱਗਾ ਕਿਤੇ। 10,199 ਲੋਕਾਂ ਪਿੱਛੇ ਸਾਡੇ ਕੋਲ ਇੱਕ ਗਵਰਨਮੈਂਟ ਐਲੋਪੈਥਿਕ ਡਾਕਟਰ ਹੈ, 2000 ਲੋਕਾਂ ਪਿੱਛੇ ਇੱਕ ਗਵਰਨਮੈਂਟ ਹਸਪੀਟਲ ਹੈ, ਤੇ 90,000 ਲੋਕਾਂ ਪਿੱਛੇ ਇੱਕ ਸਟੇਟ ਰਨ ਹਸਪੀਟਲ ਹੈ। ਬਿਲਕੁਲ, ਇਹਦਾ ਮਤਲਬ ਹੈ ਕਿ ਬਰਬਾਦੀ ਲਈ ਮੈਨੂੰ ਕੋਈ ਐਪੀਡੈਮਿਕ ਤਾਂ ਚਾਹੀਦਾ ਹੀ ਨਹੀਂ ਸੀਗਾ। ਬਿਲਕੁਲ, ਮੈਂ ਤੇ ਮਤਲਬ ਮੇਰੀ ਬਹੁਤ ਸਾਰੀ ਵਸੋਂ ਤੇ ਪਰਮਾਨੈਂਟਲੀ ਐਪੀਡੈਮਿਕ ਵਿੱਚ ਹੀ ਰਹਿ ਰਹੀ ਸੀ। ਇਹ ਤੇ ਮਿਡਲ ਕਲਾਸ ਦੇ ਉੱਤੇ ਆ ਪਈ ਹੈ, ਤਾਂ ਥੋੜਾ ਬਹੁਤਾ ਰੌਲਾ ਪੈ ਰਿਹਾ ਹੈ, ਆਕਸੀਜਨ ਨਹੀਂ ਮਿਲ ਰਹੀ ਤੇ ਅੱਛੇ ਖਾਸੇ ਅਮੀਰਾਂ ਨੂੰ ਵੀ ਨਹੀਂ ਮਿਲ ਰਹੀ, ਤੇ ਰੌਲਾ ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਰਹੀਆਂ ਨੇ। ਅਦਰਵਾਈਜ਼ ਜਦੋਂ ਇਹ ਕੰਟਰੀ ਅਸੀਂ ਭੁੱਲ ਸਕਦੇ ਸੀ ਕਿ ਗੋਰਖਪੁਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ 60 ਬੱਚੇ ਆਕਸੀਜਨ ਨਾ ਹੋਣ ਕਰਕੇ ਮਰ ਜਾਣ, ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਬਹਿਸ ਨਾ ਹੋਵੇ ਕਿ ਆਕਸੀਜਨ ਕਿੱਥੇ ਕਿੰਨੀ ਬਣਦੀ ਹੈ, ਕਿੱਥੋਂ ਆਏਗੀ, ਕਿਵੇਂ ਰੈਗੂਲੇਸ਼ਨ ਹੋਣੀ। ਅਸੀਂ ਉਹਦੇ ਤੋਂ ਲੈਸਨ ਨਹੀਂ ਲਿਆ।
We did ਅਸੀਂ not- ਬਲਕਿ ਜਿਸ ਬੰਦੇ ਨੇ ਆਵਾਜ਼ ਡਾਕਟਰ ਨੇ ਉਠਾਈ ਪੁਆਇੰਟ ਆਊਟ ਕਰਿਆ ਕਿਉਂਕਿ ਉਹ ਕਿਸੇ ਮਾਈਨੋਰਿਟੀ ਕਮਿਊਨਿਟੀ ਦਾ ਸੀ, ਉਹਨੂੰ ਹਾਂ, ਸਜ਼ਾ ਉਹਨੂੰ ਦਿੱਤੀ। ਸਜ਼ਾ ਦੇ ਅਸੀਂ ਦਿੱਤੀ, ਡਾਕਟਰ ਕਫੀਲ ਖਾਨ ਨੂੰ ਮੁੱਦਾ ਬਣਾ ਲਿਆ। ਹਾਂ ਅਸੀਂ ਤਾਂ ਉਹਨੂੰ ਸਜ਼ਾ ਦੇਣੀ ਅਸੀਂ ਸ਼ੁਰੂ ਇਲੈਕਸ਼ਨ ਕਰਤੀ। ਨਹੀਂ ਲਿਆ ਉਹਦੇ ਤੋਂ, ਜੀ। ਅਸੀਂ ਕਿਹਾ ਠੀਕ ਹੈ ਆਪਣੇ ਸਕੋਰ ਜਿਹੜਾ ਪੂਰਾ ਜਿੱਥੇ ਕਰੋ। ਇੱਥੇ ਜੀ। ਤੁਸੀਂ ਕਹੇ ਨਾ ਮਰੀਜ਼ ਸਿਲੰਡਰ ਚੁੱਕੀ ਜਾ ਰਹੇ ਨੇ, ਹਾਂ। ਜਿਹੜਾ ਵਿਚਾਰਾ ਆਪ ਚੁੱਕ ਕੇ ਲੈ ਵੀ ਮਰੀਜ਼ਾਂ ਨੂੰ ਨਹੀਂ, ਮੈਂ ਕਹਿੰਦਾ ਮੈਂ ਲੈ ਆਉਣਾ। ਹਾਂ ਵੈਸੇ ਇਹ ਤਾਂ ਸਾਡੇ ਦੇਸ਼ ਦੇ ਸੀਨ ਹੀ ਨਹੀਂ ਸੀਗੇ ਨਾ, ਇਹ ਕਦੀ ਨਹੀਂ। ਹੋਣਾ ਹੀ ਨਹੀਂ ਸੀ ਚਾਹੀਦਾ। ਚਾਹੀਦਾ ਹੀ ਕੋਈ ਮਰੀਜ਼ ਕਦੀ ਆਕਸੀਜਨ ਦੇ ਸਿਲੰਡਰ ਨਾਲ ਦਿਖਾਈ ਬਿਲਕੁਲ। ਦੇ ਹੀ ਨਹੀਂ ਦੇ ਹੀ ਸਕਦਾ ਨਹੀਂ ਕਿਸੇ ਵੀ ਚਾਹੀਦੇ ਦੇਸ਼। ਤੁਸੀਂ ਕਿਸੇ ਡਿਵੈਲਪਡ ਇਕਨੋਮੀ 'ਚ ਨਹੀਂ ਦੇਖਿਆ। ਬਿਲਕੁਲ। ਸੋ ਜੇ ਇਹ ਕੰਡੀਸ਼ਨ ਹੈ ਤਾਂ ਦੈਨ ਵਾਟ ਇਜ਼ ਦਾ ਵੇ ਆਊਟ? ਕੀ ਕਰਨਾ ਚਾਹੀਦਾ ਸੀ ਸਰਕਾਰ ਨੂੰ? ਸਰਕਾਰ ਨੂੰ ਬਹੁਤ ਕੁਝ ਕਰਨਾ ਚਾਹੀਦਾ ਸੀ। ਪਹਿਲੀ ਗੱਲ ਹੈ ਕਿ ਅਗਰ ਸਾਨੂੰ ਡਾਕਟਰਸ ਚਾਹੀਦੇ ਆ, ਜ਼ਿਆਦਾ ਡਾਕਟਰ ਚਾਹੀਦੇ ਆ, ਤਾਂ ਸਾਡੇ ਕੋਲ ਮੈਡੀਕਲ ਕਾਲਜ ਵੀ ਹੋਣੇ ਚਾਹੀਦੇ ਆ। ਠੀਕ ਹੈ, ਅਸੀਂ ਦੇਖੀਏ ਸਾਡੇ ਕੋਲ ਕਿੰਨੇ ਮੈਡੀਕਲ ਕਾਲਜ ਹੈ। ਤੁਸੀਂ ਇਹ ਦੇਖੋ ਕਿ ਕਿੰਨੇ ਲੋਕ ਹੈ, ਕਿੰਨੇ ਸਾਡੇ ਸਟੂਡੈਂਟਸ ਅਪੀਅਰ ਹੁੰਦੇ ਆ, ਮਤਲਬ ਇੱਕ ਮਤਲਬ MBBS ਦੀ ਸੀਟ ਲਈ ਕਿੰਨੇ ਸਟੂਡੈਂਟਸ ਹੈ? 55748 ਡਾਕਟਰ ਅਸੀਂ ਪ੍ਰੋਡਿਊਸ ਕਰਦੇ ਹਾਂ ਹਰ ਸਾਲ, ਤੇ 462 ਸਾਡੇ ਕੋਲ ਉਹਦੇ ਲਈ ਕਾਲਜਸ ਨੇ। ਹਾਂ, ਪਰ ਸਾਨੂੰ ਚਾਹੀਦੇ ਸ਼ਾਇਦ ਇਸ ਦਾ ਟ੍ਰਿਪਲ ਹੈ। ਬਹੁਤ ਟਾਈਮ ਚਾਹੀਦੇ ਨੇ, ਮੇਬੀ 5 ਟਾਈਮਸ ਹੈ ਨਾ। ਔਰ ਪਰ ਸਾਡੇ ਕੋਲ ਸੀਟਸ ਹੀ ਨਹੀਂ ਹੈ। ਠੀਕ ਹੈ, ਉਹ ਅਸੀਂ ਕੀ ਕੀਤਾ, ਉਹ ਅਸੀਂ ਨਵੇਂ ਏਮਸ ਬਣਾ ਰਹੇ ਹਾਂ ਤੇ ਮੈਂ ਬਹੁਤ ਕ੍ਰਿਟਿਸਿਜ਼ਮ ਪੜਦਾ ਕਿ ਉਹ ਟ੍ਰੇਨ ਕਰਨ ਲਈ ਫੈਕਲਟੀ ਨੂੰ, ਸਾਡੇ ਕੋਲ ਟ੍ਰੇਨ ਕਰਨ ਵਾਲੀ ਫੈਕਲਟੀ ਨਹੀਂ ਹੈ। ਤੁਹਾਡਾ ਸ਼ੋਭਾ ਵੈਸੇ ਐਗਜ਼ੈਕਟਲੀ ਕੀ ਹੈ? ਯੂ ਆਰ ਅ ਪ੍ਰੋਫੈਸਰ ਆਫ ਹੈਲਥ ਪ੍ਰੋਮੋਸ਼ਨ। ਕਿੰਨੇ ਲੋਕਾਂ ਨੂੰ ਪਤਾ ਹੋਏਗਾ ਕਿ PGI ਦੇ ਵਿੱਚ ਇੱਕ ਪ੍ਰੋਫੈਸਰ ਆਫ ਹੈਲਥ ਪ੍ਰੋਮੋਸ਼ਨ ਵੀ ਹੁੰਦਾ, ਇੱਕ ਪ੍ਰੋਫੈਸਰ ਆਫ ਹੈਲਥ ਇਕਨੋਮਿਕਸ ਵੀ ਹੁੰਦਾ, ਤੇ ਤੁਹਾਡੇ ਕਿੰਨੇ ਪੈਸੇ ਲੱਗਦੇ ਨੇ ਡਾਕਟਰਾਂ ਨੂੰ ਨਹੀਂ ਪਤਾ ਹੋਣਾ। ਠੀਕ ਗੱਲ, ਡਾਕਟਰਾਂ ਨੂੰ ਵੀ ਨਹੀਂ ਪਤਾ ਹੋਣਾ। PGI ਦੇ ਨੂੰ and reports say, and these are government certified reports, ਕਿ ਹਰ ਸਾਲ ਲਗਭਗ 63 ਮਿਲੀਅਨ ਲੋਕ ਸਾਡੇ ਗਰੀਬੀ ਰੇਖਾ ਤੋਂ ਥੱਲੇ ਧੱਕੇ ਜਾਂਦੇ ਨੇ ਕਿਉਂਕਿ ਉਹਨਾਂ ਦਾ ਆਪਣੀ ਹੈਲਥ ਉੱਤੇ ਪੈਸਾ ਖਰਚ ਹੋ ਜਾਂਦਾ। 63 ਮਿਲੀਅਨ ਦਾ ਮਤਲਬ ਹੈ ਬ੍ਰਿਟੇਨ ਦੀ ਪਾਪੂਲੇਸ਼ਨ ਦੇ ਬਰਾਬਰ। ਮੈਂ ਤੁਹਾਨੂੰ ਇਹਦੇ 'ਚ ਇੱਕ ਗੱਲ ਦੱਸਦਾ, ਜਿਹੜੀ ਗੱਲ ਸਾਨੂੰ ਦੇਖਣ ਦੀ ਲੋੜ ਹੈ ਨਾ, ਮੈਨੂੰ ਲੱਗਦਾ ਵੀ ਇਹ ਸਾਡੀ ਜਿਹੜੀ ਇਹ ਹੈ ਬਹਿਸ ਇੱਕ ਹੋਰ ਪਾਸੇ ਨੂੰ ਵੀ ਫੋਕਸ ਹੋਣੀ ਜ਼ਰੂਰੀ ਹੈ। ਜੀ। ਜਦ ਦੇਸ਼ ਆਜ਼ਾਦ ਹੋਇਆ 80 ਤੱਕ 1980 ਤੱਕ ਪੂਰੇ ਮੁਲਕ ਦੇ ਵਿੱਚ ਹਾਲਤ ਇਦੋਂ ਮਾੜੇ ਸੀ ਇੰਸਟੀਟਿਊਸ਼ਨਾਂ ਦੇ। ਬਿਲਕੁਲ, ਸਿਰਫ 7 ਮੈਡੀਕਲ ਕਾਲਜ ਸੀ ਸਾਰੇ ਕੰਟਰੀ 'ਚ। ਜੀ। ਟ੍ਰੇਨਿੰਗ ਕਾਲਜ ਸਿਰਫ 100 ਸੀਗਾ ਸਰਕਾਰੀ, ਅੱਜ 250 ਤੋਂ ਉੱਪਰ ਸਰਕਾਰੀ ਹੈ। ਤੇ ਇਹ ਪੁਰਾਣੀ ਫਿਗਰ ਹੈ ਤੁਹਾਡੇ ਵਾਲੀ, ਅੱਜ 550 ਕਾਲਜ ਆ ਪ੍ਰਾਈਵੇਟ ਨੂੰ ਰਲਾ ਕੇ। ਅੱਛਾ ਜੀ, ਓਕੇ। ਤੇ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ 70000 ਦੀ ਹੈ। 2017 ਸੀ ਇਹ ਜੀ ਉਹੀ ਮੈਂ ਰਿਪੋਰਟ ਕਹਿੰਦਾ, ਉਹਨਾਂ ਦੀ ਕੈਪੈਸਿਟੀ 70 ਖੁੱਲੇ ਨੇ। ਅੱਛਾ ਜੀ। 70000 ਦੀ ਹੈ। ਉਦੋਂ ਅਸੀਂ ਮਲੇਰੀਆ ਕੰਟਰੋਲ ਕਰਿਆ, ਅਸੀਂ ਚਿਕਨ ਪੌਕਸ ਕੰਟਰੋਲ ਕਰੀ, ਅਸੀਂ ਪੋਲੀਓ ਕੰਟਰੋਲ ਕਰੀ, ਅਸੀਂ ਬਹੁਤ ਸਾਰੀਆਂ ਬਿਮਾਰੀਆਂ, ਅਸੀਂ ਮਾਲ ਨਿਊਟ੍ਰੀਸ਼ਨ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀ। ਅਸੀਂ ਡਿਲੀਵਰੀਜ਼ ਦੇ ਵਿੱਚ ਜਿਹੜੀ ਪੋਸਟਮਾਰਟਮ ਡੈਥ ਕਹਿੰਦੇ ਆ, ਜਿਹਨੂੰ ਕਹਿੰਦੇ ਵੀ ਜਨੇਪੇ ਚ ਡੈਥ ਜਾਂ ਕਚੀਲ ਮੌਤਾਂ, ਅਸੀਂ ਉਹ ਕਚੀਲ ਮੌਤਾਂ ਕੰਟਰੋਲ ਕਰੀਆਂ। ਅਸੀਂ ਇਨਫੈਂਟ ਮਾਰਟੈਲਿਟੀ ਘਟਾਈ। ਇਨਫੈਂਟ ਮਾਰਟੈਲਿਟੀ 147 ਸੀ ਜਿੱਦੇ ਦੇਸ਼ ਆਜ਼ਾਦ ਹੋਇਆ, 144। ਤੁਸੀਂ ਮੰਨੋਗੇ 1990 ਦੇ ਵਿੱਚ ਉਹ 90 ਰਹਿ ਗਈ ਸੀ ਤੇ 1993 ਚ ਉਹ 68 ਰਹਿ ਗਈ ਸੀ ਪਰ 1000 ਵਰਤ। ਸੋ ਅਸੀਂ ਬਹੁਤ ਅਚੀਵ ਕਰਿਆ ਸੀ। ਉਹ ਕਿਉਂ ਅਚੀਵ ਕਰਿਆ? ਉਹਨਾਂ ਸਾਲਾਂ ਚ ਹੋਇਆ ਜਿਨ੍ਹਾਂ ਸਾਲਾਂ ਕੁਝ ਹੋਇਆ ਹੀ ਨਹੀਂ, 70 ਸਾਲਾਂ ਕੁਝ ਹੋਇਆ ਨਹੀਂ। ਮੈਂ ਇਹ ਦੱਸਣਾ ਚਾਹੁੰਦਾ ਕਿਉਂਕਿ ਉਦੋਂ ਅਸੀਂ ਪ੍ਰੀਵੈਂਟਿਵ ਹੈਲਥ ਕੇਅਰ ਦੇ ਉੱਤੇ ਵਿਸ਼ਵਾਸ ਕਰਿਆ ਸੀ, ਜਿਨ੍ਹਾਂ ਦੇ ਹੈਗੇ ਨੇ ਮਾਹਰ। ਅਸੀਂ ਇਹ ਹਸਪਤਾਲਾਂ ਵਾਲੀ ਗੱਲ, ਸਾਨੂੰ ਪਤਾ ਹਸਪਤਾਲਾਂ 'ਚ ਵੀ ਇਲਾਜ, ਪਹਿਲਾਂ ਮਲੇਰੀਆ ਦਾ ਇਲਾਜ ਨਾ ਕਰੋ, ਜਦ ਸੈਰੀਬਰਲ ਮਲੇਰੀਆ ਹੋ ਗਿਆ ਉਹਦੇ ਵਾਸਤੇ ਵੈਂਟੀਲੇਟਰ, ਹਸਪਤਾਲ, ICU ਚਾਹੀਦੀ ਹੈ ਕਿਉਂਕਿ ਸਮਾਨ ਖਰੀਦੇ। ਫਿਰ ਸਾਹਿਬ ਸਾਡਾ ਵੀ ਕਸੂਰ ਹੈ। ਜਦੋਂ ਮੈਨੂੰ CAG ਦੀ ਰਿਪੋਰਟ ਦੱਸ ਰਹੀ ਸੀ ਕਿ 27.21% ਸ਼ਾਰਟੇਜ ਹੈਗੀ ਹਸਪਤਾਲਾਂ 'ਚ ਕਲੀਨਿਕਲ ਇਕਵਿਪਮੈਂਟ ਦੀ, ਤੇ 56.33% ਨੌਨ ਕਲੀਨਿਕਲ ਇਕਵਿਪਮੈਂਟ ਦੀ। ਨੌਨ ਕਲੀਨਿਕਲ ਇਕਵਿਪਮੈਂਟ ਦੇ ਵਿੱਚ ਆਕਸੀਜਨ ਵੀ ਹੁੰਦੀ ਹੈ। ਸਰ ਮੈਂ 56% ਉਸ ਵੇਲੇ ਮੇਰੀ ਸ਼ਾਰਟੇਜ ਸੀ। ਮੈਂ ਰੌਲਾ ਨਹੀਂ ਪਾਇਆ, ਇਹ ਮੇਰਾ ਪੋਲੀਟੀਕਲ ਇਸ਼ੂ ਨਹੀਂ ਬਣਿਆ, ਮੇਰਾ MLA MP ਤੇ ਨਹੀਂ ਰੌਲਾ ਪਾਉਂਦਾ। ਮੈਂ ਕੈਗ ਦੀ ਰਿਪੋਰਟ ਤੇ ਵੀ ਮੇਰੇ ਸਵਾਲ ਨੇ। ਓਕੇ, ਮੈਂ ਬੇਨਤੀ ਇਹ ਕਰਦਾ, ਤੁਸੀਂ ਕਹਿਤਾ ਵੀ ਸਾਨੂੰ ਇੰਨੀ ਲੋੜ ਸੀ, ਤੁਹਾਨੂੰ ਹਸਪਤਾਲ 'ਚ ਡਾਕਟਰਾਂ ਦੀ 2 ਦੀ ਲੋੜ ਆ, ਉੱਥੇ ਪੋਸਟਾਂ 6 ਕ੍ਰੀਏਟ ਕਰਾਉਣੀਆਂ ਸਿਫਾਰਸ਼ਾਂ ਨਾਲ। ਤੁਸੀਂ ਲਿਖੋਗੇ ਕਹਿ ਕੇ ਲਿਖੋ ਵੀ 4 ਪੋਸਟਾਂ ਖਾਲੀ ਪਈਆਂ ਨੇ। ਇਹ ਸਾਡਾ ਜਿਹੜਾ ਸਾਡਾ ਡਿਫੈਕਟਿਵ ਸਿਸਟਮ ਹੈ, ਜਿਹੜੀ ਇਵੈਲੂਏਸ਼ਨ ਦਾ ਵੀ, ਅਕਾਊਂਟੇਬਿਲਿਟੀ ਦਾ ਵੀ, ਹਾਲਾਂਕਿ ਕਹਿ ਕੇ ਬਹੁਤ ਸੋਹਣੀ ਕਰਦੀ ਹੈ, ਪਰ ਇਸ ਇਸ਼ੂ ਤੇ ਮੇਰਾ ਸਵਾਲ ਹੈ। ਉਹ ਕਹਿੰਦੇ ਇਕਵਿਪਮੈਂਟ ਘੱਟ ਹੈ, ਜਿੱਥੇ ਇਕਵਿਪਮੈਂਟ ਦੀ ਲੋੜ ਨਹੀਂ ਉੱਥੇ ਇਕਵਿਪਮੈਂਟ ਕਿਉਂ ਖਰੀਦਿਆ ਜਾਵੇ? ਇੱਥੇ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਬਣੀ ਹੋਈ ਹੈ, ਉਹਨੇ ਜਿੰਨਾ ਸਮਾਨ ਖਰੀਦਿਆ ਉਹ ਇਹੋ ਜਿਹਾ ਖਰੀਦਤਾ ਜਿਹੜਾ 20-20 ਸਾਲ ਵਰਤਿਆ ਹੀ ਨਹੀਂ ਗਿਆ। ਸੋ ਤੁਹਾਨੂੰ ਇਕਵਿਪਮੈਂਟ, ਪਲੀਜ਼ ਮੈਂ ਕੰਪਲੀਟ ਕਰ ਰਿਹਾ ਬਸ, ਉਹ ਸਮਾਨ ਖਰੀਦੋ ਜਿਹਦੇ ਵਾਸਤੇ ਤੁਹਾਡੇ ਕੋਲ ਮੈਨ ਪਾਵਰ ਵੀ ਨਾਲ ਹੈ, ਜਿਹਦੇ ਵਾਸਤੇ ਤੁਹਾਡੇ ਕੋਲ ਜਗ੍ਹਾ ਵੀ ਹੈਗੀ ਹੈ। ਹੁਣੇ ਕੀ ਕਰਦੇ ਨੇ, ਮੈਂ ਇੱਕ ਲਾਸਟ ਲਾਈਨ ਕਹਿਣਾ, ਅਸੀਂ ਇੱਕ ਮੀਟਿੰਗ 'ਚ ਕਿਹਾ ਸਰਕਾਰ ਨੂੰ, ਮੈਂ ਇਹ ਕੀ ਕਰਦੇ ਨੇ, ਇੱਕ ਮਸ਼ੀਨ ਖਰੀਦਦੇ ਨੇ 10 ਕਰੋੜ ਦੀ। ਉਹ ਤੋਂ ਮਨਜ਼ੂਰੀ ਲੈ ਲਈ, ਖਰੀਦ ਲਈ, ਫਿਰ ਕਹਿਣਗੇ ਉਹਦਾ ਕਮਰਾ ਤਾਂ ਹੈ ਨਹੀਂ, ਉਹਨੂੰ ਇੱਕ ਟੁੱਟੇ ਕਮਰੇ 'ਚ ਰੱਖਣਗੇ, ਉਹਦੀ ਛੱਤ 'ਚ ਸਾਉਣ ਭਾਦੋਂ ਦੇ ਮਹੀਨੇ 'ਚ ਗਲੀ ਕਰਨਗੇ।
ਪਿੱਛੋਂ ਕਮਰਾ ਮਨਜ਼ੂਰ ਨਹੀਂ ਹੋਣਾ ਕਿਉਂਕਿ ਉਹਦੀ ਚਿੱਠੀ ਨਹੀਂ ਇਹ ਲਿਖੀ। ਸਾਰਾ ਕੁਝ ਸੀਏ ਦੀ ਰਿਪੋਰਟ 'ਚ ਲਿਖਿਆ, ਉਹਨਾਂ ਨੇ ਨਾਲ ਲਿਖਿਆ ਐਨੂਅਲ ਮੇਨਟੇਨੈਂਸ ਕੰਟਰੈਕਟ ਨਾ ਹੋਣ ਕਰਕੇ ਬਹੁਤ ਸਾਰਾ ਸਮਾਨ ਯੂਜ਼ ਹੀ ਨਹੀਂ ਹੁੰਦਾ। ਨਹੀਂ ਉਹ ਨਵੀਂ ਨੂੰ ਜੰਕ ਬਣਾ ਦੇਣਾ ਫਿਰ ਕਹਿੰਦਾ ਜੀ ਕਮਰਾ ਹੈ ਨਹੀਂ ਸੀ, ਉਹਨੂੰ ਸਟੋਰ ਕਰਿਆ ਸੀ, ਉੱਥੇ ਲੀਕ ਕਰ ਗਿਆ, ਉਹ ਮਸ਼ੀਨ ਖਰਾਬ ਹੋ ਗਈ। ਡਾਕਟਰ ਸਾਹਿਬ ਹੁਣ ਸਾਡਾ ਇਹ ਹਾਲ ਹੈ। ਹੁਣ ਹਾਲਤ ਇਹ ਹੈ ਪ੍ਰੋਫੈਸਰ ਮਨਮੀਤ ਕੌਰ ਕਿ ਪੈਂਡੈਮਿਕ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਛੇਤੀ ਆਕਸੀਜਨ ਪ੍ਰੋਡਕਸ਼ਨ ਦਾ ਪ੍ਰਬੰਧ ਕਰੋ ਤੇ 8 ਮਹੀਨੇ ਅਸੀਂ ਟੈਂਡਰ ਹੀ ਨਹੀਂ ਫਲੋਟ ਕਰ ਸਕੇ। 8 ਮਹੀਨੇ ਇਸ ਸਰਕਾਰ ਨੇ ਲਏ ਆ ਆਕਸੀਜਨ ਪਲਾਂਟ ਦੇ ਟੈਂਡਰ ਫਲੋਟ ਕਰਨ ਲਈ। ਇਹ ਕ੍ਰਾਇਓਜੈਨਿਕ ਅਸੀਂ ਉਹ ਕਿੱਥੇ ਰੱਖਣੀ ਹੈ, ਕ੍ਰਾਇਓਜੈਨਿਕ ਤਾਂ ਐਬਸੋਲੂਟ ਜ਼ੀਰੋ, ਚਲੋ ਮੈਂ ਉਹ ਸਾਇੰਸ ਵਿੱਚ ਨਹੀਂ ਜਾਂਦਾ, ਨਹੀਂ ਆਪਾਂ ਬਸ ਜ਼ੀਰੋ ਤੇ -273 ਡਿਗਰੀ ਸੈਂਟੀਗ੍ਰੇਡ ਤੱਕ ਟ੍ਰਾਂਸਪੋਰਟ ਕਰਨ ਵਾਲੇ ਟਰੱਕ, ਆਕਸੀਜਨ ਨੂੰ ਟ੍ਰਾਂਸਪੋਰਟ ਕਰਨ ਵਾਲੇ ਟਰੱਕ ਬਸ। ਸੋ ਦਾ ਆਈਡੀਆ ਇਸ ਕਿ ਇਹ ਜਿਹੜਾ ਇਨਰਸ਼ੀਆ ਹੈਗਾ, ਇਜ਼ ਇਟ ਆਵਰ ਫਾਲਟ ਆਲਸੋ, ਕਿ ਇਹ ਲੋਕਾਂ ਦਾ ਵੀ ਕਸੂਰ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਬਾਰੇ, ਅਸੀਂ ਆਪਣੇ ਸਕੂਲਾਂ ਬਾਰੇ, ਸਿਹਤ ਬਾਰੇ, ਹਸਪਤਾਲ ਕਿਵੇਂ ਹੋਣੇ ਚਾਹੀਦੇ ਨੇ, ਮਰੀਜ਼ਾਂ ਦੀ ਗਿਣਤੀ ਕਿੰਨੀ ਹੈ, ਕਿੰਨੇ ਲੋਕਾਂ ਲਈ ਸ਼ਹਿਰ ਦੇ ਵਿੱਚ ਹਸਪਤਾਲ ਹੈ। ਜੇ ਇਹ ਆਕਸੀਜਨ ਦੀ ਸ਼ਾਰਟੇਜ ਦਾ ਮਤਲਬ ਨਾਰਮਲ ਟਾਈਮਸ ਦੇ ਵਿੱਚ ਵੀ ਮੈਨੂੰ ਆਕਸੀਜਨ ਦੀ ਕਮੀ ਆ ਜਾਂਦੀ ਸੀ। ਜਿਸ ਵੇਲੇ ਗੋਰਖਪੁਰ ਦਾ ਇਹ ਹੋਇਆ ਸੀਗਾ ਉਸ ਵੇਲੇ ਪੈਂਡੈਮਿਕ ਨਹੀਂ ਆਇਆ ਸੀਗਾ। ਨਹੀਂ ਸਾਡੇ ਹੋ ਜਾਂਦੀ ਸੀ, ਇੰਡੀਅਨ ਆਕਸੀਜਨ ਨੇ ਵੀ ਸਪਲਾਈ ਨਹੀਂ ਕਰੀ, 2 ਦਿਨ ਥੀਏਟਰ ਬੰਦ ਹੈ। ਹੁਣ ਸੀਏ ਤਾਂ ਰੋਜ਼ ਹੀ ਆਕਸੀਜਨ ਚਾਹੀਦਾ ਹਰ ਵਕਤ। ਇਹਦੇ ਲਈ ਸੋਚਣ ਦੀ ਗੱਲ ਇਹ ਹੈ ਕਿ ਸਾਡੇ ਮੁੱਦੇ ਹੈ ਕੀ, ਅਸੀਂ ਕਿੰਨਾ ਮੁੱਦਿਆਂ ਤੇ ਗੱਲ ਕਰਦੇ ਆ। ਯੈਸ, ਠੀਕ ਹੈ, ਅਸੀਂ ਇਹਨਾਂ ਮੁੱਦਿਆਂ ਤੇ ਗੱਲ ਨਹੀਂ ਕਰਦੇ, ਪਰ ਇਹਦਾ ਮਤਲਬ ਉਹ ਸਪੇਸ ਕਿਤੇ ਤੇ ਜਾ ਰਹੀ ਹੈ ਨਾ। ਹਾਂ, ਕੋਈ ਤਾਂ ਉਹਦੀ ਜਗ੍ਹਾ ਤੇ ਕੋਈ ਹੋਰ ਫੋਟੋ ਖਿਚਾ ਰਿਹਾ, ਜਿਹਨੇ ਹਸਪਤਾਲ ਜਾ ਕੇ ਗੱਲ ਕਰਕੇ ਡਾਕਟਰ ਨਾਲ ਫੋਟੋ ਖਿਚਾਣੀ ਸੀ ਕਿ ਅੱਜ ਮੈਂ ਡਾਕਟਰ ਸਾਹਿਬ ਨਾਲ ਪੂਰੀ ਮੀਟਿੰਗ ਕੀਤੀ ਹੈ, ਮੈਂ ਉਹਨਾਂ ਨੂੰ ਪੁੱਛਿਆ ਕਿੰਨੀ ਆਕਸੀਜਨ ਹੈ, ਤੁਸੀਂ ਸਟੋਰ ਕਿੱਦਾਂ ਕਰਦੇ ਹੋ, ਉਹ ਆਂਦੀ ਕਿਸ ਤਰ੍ਹਾਂ, ਕੋਲਡ ਸਟੋਰੇਜ ਚੇਂਜ ਤੁਸੀਂ ਕਿਸ ਤਰ੍ਹਾਂ ਬਣਾਈਆਂ ਹੋਈਆਂ ਨੇ, ਉਹਦੀ ਜਗ੍ਹਾ ਦੇ ਉੱਤੇ ਅਸੀਂ ਉਸ ਦਿਨ ਬਿਆਨ ਦੇਵਾਂਗੇ ਜਿਸ ਦਿਨ 2 ਬੰਦੇ ਮਰ ਜਾਣਗੇ, ਅੱਗ ਲੱਗ ਜਾਏਗੀ। ਕੀ ਹੈ ਜਗ੍ਹਾ ਹਸਪਤਾਲਾਂ ਦੇ ਉੱਤੇ ਅੱਗ ਲੱਗ ਰਹੀ ਹੈ, ਮਰੀਜ਼ ਮਰ ਰਹੇ ਨੇ। ਤੁਸੀਂ ਪੀਜੀਆਈ ਦੀ ਐਗਜ਼ਾਮਪਲ ਦਿੱਤੀ ਹੈ, ਹਰਸ਼ਵਰਧਨ ਜੀ ਇੱਥੇ ਆ ਕੇ ਪਿਛਲੇ ਮਹੀਨੇ ਇਨਾਗੂਰੇਸ਼ਨ ਕਰਕੇ ਗਏ ਨੇ, ਤੇ ਉਹਨਾਂ ਨੇ ਤਾਂ ਕੋਈ ਨਹੀਂ ਪੁੱਛਿਆ ਵੀ ਆ ਸਿਲੰਡਰ ਕਿਤੇ ਲੋਕ ਚੁੱਕੀ ਤਾਂ ਨਹੀਂ ਆਉਣਗੇ, ਤੁਹਾਡੇ ਕੋਲ ਆਕਸੀਜਨ ਦੀ ਸ਼ਾਰਟੇਜ ਤਾਂ ਨਹੀਂ। ਮਨਮੋਹਨ ਸਿੰਘ ਦੀ ਚਿੱਠੀ ਦਾ ਜਵਾਬ ਦਿੱਤਾ ਨਾ, ਹਾਂ ਵੀ ਉਹਨਾਂ ਨੇ ਪੂਰਾ। ਹਾਂ, ਸੋ ਇਸ ਕਰਕੇ ਮੇਰੀ ਬੇਨਤੀ ਇੰਨੀ ਕੀ ਹੈ ਵੀ ਜਿਹੜਾ ਕੁਝ ਅਸੀਂ ਕਰ ਸਕਦੇ ਹਾਂ ਅਸੀਂ ਉਹ ਵੀ ਨਹੀਂ ਕਰਿਆ, ਜਿਹੜਾ ਕਰਨਾ ਚਾਹੀਦਾ ਸੀ ਉਹ ਤਾਂ ਕਰਿਆ ਹੀ ਨਹੀਂ, ਜਿਹੜਾ ਕਰ ਸਕਦੇ ਆ ਬਿਨਾਂ ਕਿਸੇ ਪੈਸੇ ਦੇ, ਜਿੰਨੀ ਕੁ ਮੈਨ ਪਾਵਰ ਹੈ ਜਿਹੋ ਜਿਹੀ ਹੈਗੀ ਹੈ ਉਹਦੇ ਨਾਲ ਹੀ 10 ਗੁਣਾ ਵਧੀਆ ਕੋਵਿਡ ਨੂੰ ਮੈਨੇਜ ਕਰ ਸਕਦੇ ਸੀ, ਉਹ ਵੀ ਨਹੀਂ ਕਰਿਆ ਸੀ। ਸਰ ਜੇ ਇਹਨਾਂ ਦਾ ਸ਼ੋਭਾ ਜ਼ੋਰ ਫੜ ਜਾਏ, ਸਕੂਲ ਆਫ ਪਬਲਿਕ ਹੈਲਥ ਕੀ ਹੁੰਦਾ ਲੋਕਾਂ ਨੂੰ ਸਮਝ ਆ ਜਾਏ, ਕਮਿਊਨਿਟੀ ਮੈਡੀਸਨ ਦੀਆਂ ਗੱਲਾਂ ਹੋ ਜਾਣ ਤਾਂ ਲੋਕਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਹਸਪਤਾਲ ਦੇ ਵਿੱਚ ਬੈੱਡ ਬਿਨਾਂ ਆਕਸੀਜਨ ਤੋਂ ਤੇ ਬਿਨਾਂ ਵੈਂਟੀਲੇਟਰ ਤੋਂ, ਹਸਪੀਟਲ ਦੇ ਵਿੱਚ ਬੈੱਡ ਨੂੰ ਹਸਪਤਾਲ ਦਾ ਬੈੱਡ ਨਹੀਂ ਕਹਿੰਦੇ, ਤੇ ਜਿਸ ਵੇਲੇ ਤੁਸੀਂ ਬਹੁਤ ਵੱਡੇ 500 ਬੈੱਡ ਲਾ ਦਿੰਦੇ ਹੋ ਤੇ ਉਹ ਆਈਸੋਲੇਸ਼ਨ ਸੈਂਟਰ ਹੁੰਦੇ ਨੇ, ਉਹ ਹਸਪੀਟਲ ਨਹੀਂ ਹੁੰਦੇ। ਤੇ ਜਿਸ ਵੇਲੇ ਤੁਹਾਡਾ ਨੇਤਾ ਕਹਿੰਦਾ ਸੀ ਨਵਾਂ ਹਸਪਤਾਲ ਬਣਾ ਦਿੱਤਾ ਤਾਂ ਨੇਤਾ ਝੂਠ ਬੋਲ ਰਿਹਾ ਹੈ ਤੇ ਤੁਹਾਡੀ ਮੌਤ ਦਾ ਇੰਤਜ਼ਾਮ ਕਰ ਰਿਹਾ ਹੈ। ਕੈਨ ਯੂ ਥਿੰਕ ਆਫ ਅ ਹਸਪੀਟਲ ਕਿ ਕੋਈ ਵੈਸਟ ਦੇ ਵਿੱਚ ਕੋਈ ਹਸਪਤਾਲ ਹੋਏਗਾ ਜਿੱਥੇ ਆਕਸੀਜਨ ਜਿਹੜੀ ਹੈ ਉਹ ਸਿਲੰਡਰਾਂ ਰਾਹੀਂ, ਅੱਜ ਦੀ ਡੇਟ ਦੇ ਵਿੱਚ ਸਿਲੰਡਰਾਂ ਰਾਹੀਂ ਆਕਸੀਜਨ ਆਉਂਦੀ ਹੈ? ਕਿਸ ਦੁਨੀਆ ਦੇ ਵਿੱਚ ਸਿਲੰਡਰਾਂ ਰਾਹੀਂ ਆਕਸੀਜਨ ਆਉਂਦੀ ਹੈ? ਨਾਈਜੀਰੀਆ ਹੈ? ਨਾ ਮੈਂ ਆਈ ਡੋਨਟ ਐਗਰੀ ਵਿਦ ਦਿਸ। ਨਹੀਂ ਡਾਕਟਰ ਸਾਹਿਬ, ਅਸੀਂ ਲੁੱਕ ਐਟ ਦਾ ਕਾਈਂਡ ਆਫ ਜੋ ਅਸੀਂ ਕਰ ਸਕਦੇ ਸੀਗੇ। ਇਹ ਕਿਉਂ ਹੈ ਮੇਰੇ ਕੋਲ ਕਿ 에ਅਰ ਲਿਕੁਇਡ, ਲੈਂਡੇ, 에ਅਰ ਪ੍ਰੋਡਕਟਸ, ਇਹ ਮੈਸਰ ਜਾਪਾਨ ਦੀ ਟੋਕੀਓ ਸੈਂਸੋ, ਇਹ 6 ਟੋਟਲ ਕੰਪਨੀਆਂ ਨੇ ਜਿਨ੍ਹਾਂ ਨੇ ਸਾਰੀ ਦੁਨੀਆ 'ਚ ਆਕਸੀਜਨ ਦੇ ਵਪਾਰ ਦੇ ਉੱਤੇ ਜਫਾ ਮਾਰਿਆ ਹੋਇਆ। ਅਸੀਂ ਕਿਉਂ ਇੱਥੇ ਆ ਕੇ ਦੇਖੋ, ਜੇ ਮੁਲਕ ਦਾ ਨਾਮ ਰੋਸ਼ਨ ਕਰਨਾ, ਅਸੀਂ ਸੁਪਰ ਪਾਵਰ ਬਣਨਾ, ਤਾਂ ਫਿਰ ਤਾਂ ਇੱਥੇ ਮੁਕਾਬਲਾ ਹੋਣਾ ਚਾਹੀਦਾ। ਐਗਰੀਡ, ਮੈਂ ਇਹਨੂੰ ਡਿਨਾਈ ਨਹੀਂ ਕਰਦਾ, ਮੈਂ ਇਹ ਕਹਿਣਾ ਹਰ ਚੀਜ਼ ਜੇ ਅਸੀਂ ਆਖਾਂਗੇ ਵੀ ਜਿਹੜਾ ਪ੍ਰਾਇਮਰੀ ਸਕੂਲ ਆ ਉੱਥੇ ਕਾਲਜ ਲੈਕਚਰਰ ਜਿੰਨਾ, ਜੋ ਯੂਨੀਵਰਸਿਟੀ ਦੇ ਪ੍ਰੋਫੈਸਰ ਜਿੰਨਾ ਬੰਦਾ ਲਾਇਆ ਜਾਵੇ, ਉਹ ਸਾਡੀ ਗਲਤ ਅਪਰੋਚ ਹੋਏਗੀ। ਠੀਕ ਹੈ, ਸਾਡੇ ਕੋਲੇ ਇਨਫਰਾਸਟ੍ਰਕਚਰ ਜਿਹੜਾ ਪਬਲਿਕ ਹੈਲਥ ਵਾਸਤੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਕਮਿਊਨਿਟੀ 'ਚ ਚਾਹੀਦਾ। ਡਿਸਟ੍ਰਿਕਟ ਲੈਵਲ ਦੇ ਹਸਪਤਾਲ ਦੇ ਉੱਤੇ ਜੋ ਤੁਹਾਡੀ ਗੱਲ ਹੈ ਕਿ ਪਾਈਪਲਾਈਨ ਆਕਸੀਜਨ, ਉੱਥੇ ਹੀ ਆਕਸੀਜਨ ਦਾ ਪਲਾਂਟ ਲੱਗਿਆ ਹੋਵੇ, ਉਹ ਆਪਦੇ ਡਿਸਟ੍ਰਿਕਟ ਦੇ ਤਹਿਸੀਲ ਲੈਵਲ ਦੇ ਹਸਪਤਾਲਾਂ ਨੂੰ, ਕਮਿਊਨਿਟੀ ਹੈਲਥ ਸੈਂਟਰ ਨੂੰ ਸਪਲਾਈ ਕਰ ਦੇਵੇ। ਇਹ ਲੱਗ ਸਕਦਾ ਸੀ, ਇਹ ਪਿਛਲੇ 1 ਸਾਲ 'ਚ ਹੀ ਲੱਗ ਸਕਦਾ ਸੀ। ਇਹਦੇ ਜਿਹੜਾ ਕ੍ਰਾਇਓਜੈਨਿਕ ਟਰੱਕ ਕਹਿੰਦੇ ਤੁਸੀਂ ਜੀ, 750 ਜਿਨ੍ਹਾਂ ਵਾਸਤੇ 750 ਟਰੱਕ ਖਰੀਦਣੇ, 750 ਪਲਾਂਟ ਲਾਉਣੇ, ਉਹ ਤੇ 22,000 ਕਰੋੜ ਰੁਪਇਆ ਲੱਗਣਾ, 2200 ਕਰੋੜ ਰੁਪਇਆ ਲੱਗਣਾ ਸੀ ਸਾਰਾ ਹੀ। ਇਹ ਕੰਮ ਕਰਨ ਵਾਲੇ ਸੀ। ਇਹ ਅਸੀਂ ਕੀ ਕਰਿਆ, 1000 ਕਰੋੜ ਲਾਤਾ ਅਸੀਂ ਪਾਰਲੀਮੈਂਟ ਹਾਊਸ ਤੇ, 800 ਕਰੋੜ ਲਾਤਾ ਇੱਕ ਸਟੇਡੀਅਮ ਬਣਾਉਣ ਤੇ ਵੀ ਇੱਥੇ ਜੀ ਸਟੇਡੀਅਮ ਬਣਾਉਣਾ ਕਿਉਂਕਿ ਮੇਰਾ ਨਾਮ ਚਾਹੀਦਾ, ਤੇ 2200 ਕਰੋੜ ਲਾਤਾ ਅਸੀਂ 2100 ਕਰੋੜ ਇੱਕ ਮੂਰਤੀ ਬਣਾਉਣ ਤੇ ਅਸੀਂ 3900 ਕਰੋੜ ਲਾਤਾ। ਪਰ ਜਿੱਥੇ ਲੋੜ ਸੀ, ਮੈਂ ਇਹ ਨਹੀਂ ਕਹਿੰਦਾ ਉਹਨਾਂ ਉਹ ਨਾ ਬਣਾਉਂਦੇ, ਬਣਾ ਲਓ, ਉਹ ਵੀ ਬਣਾ ਲਓ, ਇਹ ਹਸਪਤਾਲ ਬਣਾ ਲਓ, ਜਦ ਪਹਿਲਾਂ ਆ ਤਾਂ ਕਰ ਲਓ। ਬਹੁਤ ਭਵਿਆ ਮੰਦਿਰ ਬਣਨਾ ਚਾਹੀਦਾ ਹੈ ਤੇ ਰੱਬ ਦੇ ਭਗਤਾਂ ਦੀ ਨੂੰ ਆਕਸੀਜਨ ਵੀ ਮਿਲਣੀ ਚਾਹੀਦੀ ਹੈ ਜੋ ਲੋੜ ਪੈ ਜਾਏ। ਤਾਂ ਮੈਨੂੰ ਕਦੀ ਲੱਗਦਾ, ਵੈਸੇ ਪੀਯੂਸ਼ ਗੋਇਲ ਜੀ ਦਾ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਸੂਬਿਆਂ ਨੂੰ ਨਾ ਆਕਸੀਜਨ ਦੀ ਜਿਹੜੀ ਡਿਮਾਂਡ ਹੈ ਇਹਨੂੰ ਅੰਡਰ ਕੰਟਰੋਲ ਰੱਖਣਾ ਚਾਹੀਦਾ। ਹੁਣ ਇਹ ਕਿਸ ਤਰ੍ਹਾਂ ਕਰਨਾ ਕਿ ਮੈਂ ਸਾਹ ਲੈਣ ਲੱਗਿਆ ਧਿਆਨ ਨਾਲ ਸਾਹ ਲਵਾਂ ਤੇ ਘੱਟ ਆਕਸੀਜਨ ਆਪਣੇ ਅੰਦਰ ਲੈ ਕੇ ਜਾਵਾਂ। ਦੇਰ ਆਰ ਥਿੰਗਸ ਜਿਹੜੀਆਂ ਮੇਰੇ ਨਹੀਂ ਸਮਝ 'ਚ ਆਉਂਦੀਆਂ। ਮੈਨੂੰ ਲੱਗਦਾ ਕਿ ਇਹ ਸਭ ਕੁਝ ਪਤਾ ਕਿਉਂ ਹੋਇਆ ਦੇਸ਼ ਸਾਡੇ ਨਾਲ? ਇਹ ਹੋਇਆ ਦਾਨਾਮਾਝੀ ਕਰਕੇ।
ਇਹ ਸਾਰੀ ਗਲਤੀ ਦਾਨਾ ਮਾਝੀ ਦੀ ਹੈ। ਇੱਕ ਆਦਮੀ, ਔਰ ਇਹ ਸੁਣ ਲਓ ਤੁਸੀਂ, ਮੈਂ ਇਹ ਕਹਾਣੀ ਅੱਜ ਕਹਿ ਹੀ ਦਿਆਂ। ਇੱਕ ਆਦਮੀ ਮੋਢੇ ਉੱਤੇ ਆਪਣੀ ਪਤਨੀ ਦੀ ਲਾਸ਼ ਲੈ ਕੇ ਸੜਕ ਉੱਤੇ ਤੁਰੀ ਜਾ ਰਿਹਾ ਤੇ ਉਹਦੀ 12 ਸਾਲਾਂ ਦੀ ਧੀ ਉਹਦੇ ਪਿੱਛੇ ਪਿੱਛੇ ਤੁਰੀ ਆ ਰਹੀ ਹੈ, ਰੋਂਦੀ ਵਿਲਕਦੀ। ਉਹਦੀ ਮੰਮੀ ਜੋ ਮਰ ਗਈ ਹੈ। ਕਦੀ ਕਦੀ ਬਾਪੂ ਥੱਕ ਜਾਂਦਾ ਤੇ ਜਿਸ ਸਰਕਾਰੀ ਹਸਪਤਾਲ ਵਿੱਚ ਉਹਦੀ ਪਤਨੀ ਮਰੀ ਸੀ ਉਹ ਉਹਦੇ ਪਿੰਡ ਤੋਂ ਕੋਈ 60 ਕਿਲੋਮੀਟਰ ਦੀ ਬਾਟ ਤੇ ਸੀ। ਲਾਸ਼ ਭਾਰੀ ਹੈ, ਉਹਨੂੰ ਸਾਹ ਚੜ ਜਾਂਦਾ। ਲਾਸ਼ ਨੂੰ ਸੜਕ ਕਿਨਾਰੇ ਟਿਕਾ ਦਿੰਦਾ, ਕੁਝ ਪਲ ਸਾਹ ਲੈਂਦਾ, ਫਿਰ ਹਿੰਮਤ ਜੁਟਾਉਂਦਾ, ਲਾਸ਼ ਮੋਢੇ ਤੇ ਰੱਖ ਕੇ ਫਿਰ ਸੜਕ ਤੇ ਰਿੜ ਪੈਂਦਾ। ਵਾਰ-ਵਾਰ ਧੀ ਪਿੱਛੇ ਰਹਿ ਜਾਂਦੀ ਹੈ, ਫਿਰ ਭੱਜ ਕੇ ਮਰੀ ਹੋਈ ਮਾਂ ਤੇ ਅਧਮਰੇ ਬਾਪੂ ਦੇ ਨਾਲ ਆਣ ਰਲਦੀ ਹੈ। ਅਸੀਂ ਸਭਨਾਂ ਨੇ ਮਾਂ, ਬਾਪੂ ਤੇ ਧੀ ਨੂੰ ਵੇਖਿਆ ਸੀ, ਫਿਰ ਅਸੀਂ ਭੁੱਲ ਗਏ। ਸਾਨੂੰ ਤਾਂ ਉਹਦਾ ਨਾਮ ਵੀ ਭੁੱਲ ਗਿਆ। ਜੀਵਨ ਅੱਗੇ ਤੁਰ ਪਿਆ। ਅਸੀਂ ਵਾਹੋ ਦਾਹੀ ਭੱਜੀ ਜਾਂਦੀ ਜ਼ਿੰਦਗੀ ਦੇ ਨਾਲ ਨਾਲ ਦੌੜਨ ਵਿੱਚ ਮਸਰੂਫ ਹੋ ਗਏ ਤੇ ਅੱਜ ਫਿਰ ਉਸੇ ਮੋੜ ਤੇ ਖੜੇ ਹਾਂ। ਬਸ ਫਰਕ ਸਿਰਫ ਇੰਨਾ ਕਿ ਅੱਜ ਦਾਨਾ ਮਾਝੀ ਅਸੀਂ ਹਾਂ। ਦਾਨਾ ਮਾਝੀ ਜਿਹੜਾ ਆਪਣੇ ਮੋਢੇ ਤੇ ਮੁਹੱਬਤ ਦੀ ਤੇ ਸਾਡੀ ਸਮਾਜਿਕ ਬੇਰੁਖੀ ਦੀ ਲਾਸ਼ ਢੋ ਰਿਹਾ ਸੀ, ਅੱਜ ਅਸੀਂ ਆਪਣੇ ਮਿੱਤਰ ਪਿਆਰਿਆਂ ਦੀਆਂ ਲਾਸ਼ਾਂ ਢੋ ਰਹੇ ਹਾਂ। ਹਸਪਤਾਲਾਂ ਵਿੱਚ ਤੇ ਹਸਪਤਾਲਾਂ ਦੇ ਗੇਟਾਂ ਤੇ ਉਹਨਾਂ ਦੇ ਬਾਹਰ ਜੋ ਹੋ ਰਿਹਾ ਉਹਨੂੰ ਵੇਖ ਸਾਹ ਸੁੱਕੇ ਪਏ ਨੇ। ਸੋ ਇਟਸ ਟਾਈਮ ਵੀ ਆਸਕ ਕੁਐਸਚਨਸ। ਹੁਣ ਸਵਾਲ ਪੁੱਛਣੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਤੇ ਇਹ ਆਕਸੀਜਨ ਤੋਂ ਬਹੁਤ ਵਡੇਰੇ ਸਵਾਲ ਨੇ। ਅੱਜ ਲਈ ਇੰਨਾ ਹੀ ਕਾਫੀ ਹੋ ਗਿਆ। ਧੰਨਵਾਦ ਤੇ ਆਪਣਾ ਧਿਆਨ ਰੱਖਣਾ।